ਗੁਰੂ ਵਾਹਿਗੁਰੂ 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 ਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੋ ਆਪਾਂ ਨੂੰ ਗੁਰਬਾਣੀ ਗੁਰੂ ਵਿੱਚ ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ, ਗੁਰਸਿੱਖਾਂ ਨੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ। ਸਾਰਾ ਉਪਦੇਸ਼ ਸਾਡੇ ਮਨ ਨੂੰ ਦਿੱਤਾ ਜਾਂਦਾ, ਮਨ ਨੂੰ ਸਮਝਾਇਆ ਜਾਂਦਾ ਹੈ ਕਿ ਜੋ ਹੁਣ ਇੱਕ ਮਨ ਇੱਕ ਚਿੱਤ ਹੋ ਕੇ ਪਰਮਾਤਮਾ ਦਾ ਸਿਮਰਨ ਕਰ, ਉਹਨੂੰ ਪਰਮਾਤਮਾ ਨਿਰੰਕਾਰ ਨੂੰ ਧਿਆ। ਜੇ ਅਸੀਂ ਇੱਕ ਮਨ ਇੱਕ ਚਿੱਤ ਹੋ ਕੇ ਧਿਆਵਾਂਗੇ ਤੇ ਫਿਰ ਅਸੀਂ ਪਰਮਾਤਮਾ ਨੂੰ ਭਾਵਾਂਗੇ। ਮਾਰੇ ਫਰਮਾਉਂਦੇ, ਇਹ ਮਨ ਹਰ ਜੀ ਧਿਆਈ ਤੂੰ, ਇੱਕ ਮਨ ਇੱਕ ਚਿੱਤ ਭਾਈ, ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੁਤਾਈ। ਸਤਿਗੁਰੂ ਸਮਝਾਉਂਦੇ, ਮਨ ਬਈ ਤੂੰ ਇੱਕ ਚਿੱਤ ਹੋ। ਜੇ ਤੂੰ ਇੱਕ ਚਿੱਤ ਹੋਏਗਾ ਤੇ ਫਿਰ ਤੂੰ ਭਾਏਗਾ। ਹੁਣ ਸਾਡਾ ਜਿਹੜਾ ਮਨ ਹੈ ਇਹ ਦੋ ਚਿੱਤੀ ਵਿੱਚ, ਦੁਵਿਧਾ ਦੇ ਵਿੱਚ, ਦੁਵਿਧਾ ਵਿੱਚ ਹੋਣ ਕਰਕੇ, ਦੋ ਚਿੱਤੀ ਵਿੱਚ ਹੋਣ ਕਰਕੇ ਹੀ ਇਹ ਸਾਡਾ ਮਨ ਘਰ ਨੂੰ ਵਾਪਸ ਮੁੜਦਾ ਨਹੀਂ। ਕਿਉਂਕਿ ਇਸ ਸੰਸਾਰ ਦੇ ਵਿੱਚ, ਇਸ ਸੰਸਾਰ ਨੂੰ, ਮਾਇਆ ਨੂੰ ਨਹੀਂ ਛੱਡਣਾ ਚਾਹੁੰਦਾ। ਇਹ ਚਾਹੁੰਦਾ ਹੈ ਬਈ ਮੈਂ ਆਪਦੇ ਜੀਵਨ ਦਾ ਜੇ ਲਾਹਾ ਵੀ ਖੱਟ ਲਾਂ ਤੇ ਇਹਨੂੰ ਮੈਂ ਨਾ ਛੱਡਾਂ। ਔਰ ਇਹਦੇ ਵਾਸਤੇ ਸਾਨੂੰ ਇੱਕ ਮਨ ਹੋਣਾ ਪੈਂਦਾ, ਇੱਕ ਚਿੱਤ। ਜਿਵੇਂ ਅਸੀਂ ਇੱਕ ਚਿੱਤ ਮਾਇਆ 'ਚ ਤਾਂ ਹੋ ਜਾਂਦੇ, ਇਸ ਸੰਸਾਰ ਦੇ ਵਿੱਚ ਅਸੀਂ ਇੱਕ ਚਿੱਤ ਹੋਣਾ ਸਿੱਖੀਏ। ਕਿਉਂਕਿ ਇਸ ਸੰਸਾਰ ਦੇ ਵਿੱਚ ਆਪਾਂ ਨੂੰ ਸ਼ੁਰੂ ਤੋਂ ਹੀ ਇਹ ਸਿੱਖਿਆ ਦਿੱਤੀ ਜਾਂਦੀ ਹੈ
ਬੱਚਾ ਛੋਟਾ ਹੈ, ਛੋਟੇ ਨੂੰ ਹੀ ਇਹ ਵਾਰ-ਵਾਰ ਦ੍ਰਿੜ ਕਰਾਇਆ ਜਾਂਦਾ ਵੀ ਆਹ ਕੰਮ ਧਿਆਨ ਨਾਲ ਕਰ, ਜੇ ਤੂੰ ਚੱਲਣਾ ਧਿਆਨ ਨਾਲ ਚੱਲ, ਡਿੱਗ ਨਾ ਪਈ। ਆਹ ਕੰਮ ਪੜ੍ਹਨਾ ਹੈ, ਧਿਆਨ ਨਾਲ ਪੜ੍ਹ, ਧਿਆਨ ਨਾਲ ਦੇਖ, ਧਿਆਨ ਨਾਲ ਸੁਣ। ਉਹ ਅਸੀਂ ਇੰਨਾ ਧਿਆਨ ਕੀ ਹੈ ਮਨ, ਅਸੀਂ ਇੱਧਰ ਇੰਨਾ ਧਿਆਨ ਪਰਪੱਕ ਕਰ ਲਿਆ, ਇੰਨਾ ਅਸੀਂ ਇੱਧਰ ਧਿਆਨ ਜੋੜ ਲਿਆ ਬਈ ਇਸ ਸੰਸਾਰ ਦੇ ਵਿੱਚ ਅਸੀਂ ਇੱਕ ਚਿੱਤ ਹੋ ਗਏ। ਇੱਧਰ ਅਸੀਂ ਇੱਕ ਚਿੱਤ ਹੋ ਕੇ ਦੇਖਦੇ ਹਾਂ, ਸੰਸਾਰ 'ਚ ਦੇਖਣਾ ਸਿੱਖ ਲਿਆ। ਜਦੋਂ ਅਸੀਂ ਇੱਕ ਚਿੱਤ ਹੋ ਕੇ ਦੇਖਦੇ ਹਾਂ ਮਾਇਆ ਨੂੰ, ਇਹ ਮਾਇਆ ਸਾਡੇ ਅੰਦਰ ਵਸ ਜਾਂਦੀ ਹੈ। ਅਸੀਂ ਇੱਧਰ ਇੱਕ ਚਿੱਤ ਹੋ ਕੇ ਸੰਸਾਰ ਦੀਆਂ ਗੱਲਾਂ ਸੁਣਨੀਆਂ ਸ਼ੁਰੂ ਕਰ ਦਿੱਤੀਆਂ, ਇਸ ਕਰਕੇ ਉਹ ਗੱਲਾਂ ਸਾਡੇ ਅੰਦਰ ਵਸ ਜਾਂਦੀਆਂ। ਅਸੀਂ ਇੱਧਰ ਇੱਕ ਚਿੱਤ ਹੋ ਕੇ ਬੋਲਣਾ ਸ਼ੁਰੂ ਕਰ ਦਿੱਤਾ, ਤਾਂਹੀਓ ਉਹ ਬੋਲੇ ਹੋਏ ਬੋਲ ਸਾਨੂੰ ਭੁੱਲਦੇ ਨੇ ਕਿਉਂਕਿ ਅਸੀਂ ਜੋ ਇੱਕ ਚਿੱਤ ਹੋ ਕੇ ਬੋਲੇ। ਔਰ ਇੱਧਰ ਦਾ ਅਸੀਂ ਇੱਕ ਚਿੱਤ ਹੋ ਗਏ ਹਾਂ ਮਾਇਆ ਦੇ ਘਰ ਦੇ ਵਿੱਚ, ਪਰ ਪਰਮਾਤਮਾ ਵਾਲੇ ਪਾਸੇ ਸਾਡਾ ਮਨ ਇੱਕ ਚਿੱਤ ਹੁੰਦਾ ਨਹੀਂ। ਨਾ ਤਾਂ ਇਹ ਇੱਕ ਚਿੱਤ ਹੋ ਕੇ ਮਾਲਕ ਨੂੰ ਦੇਖਦਾ, ਨਾ ਇਹ ਇੱਕ ਚਿੱਤ ਹੋ ਕੇ ਮਾਲਕ ਦੀ ਆਵਾਜ਼ ਨੂੰ ਸੁਣਦਾ, ਨਾ ਇਹ ਇੱਕ ਚਿੱਤ ਹੋ ਕੇ ਮਾਲਕ ਦੇ ਗੁਣ ਗਾਉਂਦਾ, ਦੌਦਾ ਦੇ ਵਿੱਚ ਕਰਦਾ। ਇਸ ਵਾਸਤੇ ਫਿਰ ਮਨ ਨੂੰ ਸਮਝਾਉਂਦੇ ਵੀ ਦੌਦਾ 'ਚ ਨਾ ਕਰ, ਇੱਕ ਚਿੱਤ ਹੋ। ਹੌਲੀ ਇੱਕ ਚਿੱਤ ਹੋਣ ਵਾਸਤੇ ਹੀ ਇਹਦੇ ਆਪਸ ਸਿਮਰਨ ਕਰਦੇ ਹਾਂ, ਸਾਧ ਸੰਗਤ ਕਰਦੇ ਹਾਂ ਵੀ ਤਾਂ ਕਿ ਸਾਡੇ ਮਨ ਨੂੰ ਗਿਆਨ ਹੋ ਜੇ, ਸਾਡੇ ਮਨ ਨੂੰ ਇਹ ਸੋਝੀ ਆ ਜੇ, ਸਾਨੂੰ ਸਤਿਗੁਰੂ ਸਿਖਾਉਂਦੇ ਵੀ ਕਿਵੇਂ ਅਸੀਂ ਇੱਕ ਦ੍ਰਿਸ਼ਟ ਹੋਣਾ, ਕਿਵੇਂ ਅਸੀਂ ਸਮਦ੍ਰਿਸ਼ਟ ਹੋਣਾ। ਇਹ ਰਾਵਾਂ ਨੂੰ ਸਾਡੇ ਜੀਵਨ ਦੀ ਜਾਚ ਸਿਖਾਉਂਦੇ ਹੋਏ ਇਹ ਸਾਨੂੰ ਫਿਰ ਸਿਖਾਉਂਦੇ ਸਤਿਗੁਰੂ, ਗੁਰੂ ਸਾਨੂੰ ਸਿਖਾਉਂਦੇ ਬਈ ਕਿਵੇਂ ਅਸੀਂ ਇੱਕ ਚਿੱਤ ਹੋ ਕੇ ਮਾਲਕ ਨੂੰ ਦੇਖਣਾ, ਕਿਵੇਂ ਅਸੀਂ ਇੱਕ ਚਿੱਤ ਹੋ ਕੇ ਮਾਲਕ ਦੀ ਆਵਾਜ਼ ਨੂੰ ਸੁਣਨਾ, ਕਿਵੇਂ ਅਸੀਂ ਇੱਕ ਚਿੱਤ ਹੋ ਕੇ ਪਰਮਾਤਮਾ ਦੀ ਉਸਤਤ ਕਰਨੀ, ਉਹਦੀ ਵਡਿਆਈ ਕਰਨੀ, ਉਹਦੇ ਗੁਣ ਗਾਉਣੇ। ਇਹ ਫਿਰ ਆਪਾਂ ਨੂੰ ਜਦੋਂ ਸਿਖਾਇਆ ਜਾਂਦਾ ਸਤਸੰਗ 'ਚ ਆਉਂਦੇ ਆਪਾਂ, ਇਹਦੇ ਵਾਸਤੇ ਫਿਰ ਸਾਨੂੰ ਅਧਿਆਤਮਕ ਗੁਰੂ ਦੀ ਲੋੜ ਪੈਂਦੀ। ਸੰਤ ਸਾਧੂ ਜਨ ਸਾਨੂੰ ਵੀ ਭੇਜ ਦਿੰਦੇ। ਸੰਸਾਰ ਦੀ ਪੜ੍ਹਾਈ, ਸੰਸਾਰ ਦਾ ਗਿਆਨ ਜਿਵੇਂ ਆਪਾਂ ਨੂੰ ਆਪਣੇ ਮਾਤਾ ਪਿਤਾ ਤੋਂ ਪਹਿਲਾਂ ਮਿਲਦਾ, ਮਾਂ ਪਿਓ ਬੱਚੇ ਨੂੰ ਸਿਖਾਉਂਦੇ ਸਾਰਾ ਕੁਛ ਵੀ ਇੱਧਰ ਦੇਖ ਆਪਦੇ ਵੱਲ, ਮੇਰਾ ਸੁਣ ਸੰਸਾਰ ਦੀ ਆਵਾਜ਼ ਨੂੰ। ਉਹਨਾਂ ਨੇ ਸਾਨੂੰ ਦੇਖਣਾ ਵੀ, ਸੁਣਨਾ ਵੀ, ਬੋਲਣਾ ਵੀ ਇੱਦਾਂ ਬੋਲ, ਉਹ ਸਾਨੂੰ ਸਿਖਾ ਦਿੱਤਾ। ਔਰ ਉਹ ਅਸੀਂ ਸਿੱਖਦੇ ਸਿੱਖਦੇ ਉਹ ਅਸੀਂ ਦ੍ਰਿੜ ਕਰ ਲਿਆ ਪੂਰਾ। ਹੁਣ ਇੱਧਰ ਫਿਰ ਸਾਨੂੰ ਜਦੋਂ ਅਸੀਂ ਸਤਸੰਗ 'ਚ ਆਉਂਦੇ ਹਾਂ, ਫਿਰ ਸਾਨੂੰ ਗੁਰੂ ਦੀ ਮੱਤ ਦੁਆਰਾ ਦੇਖਣਾ ਸਿਖਾਉਂਦੀ, ਗੁਰੂ ਦੀ ਮੱਤ ਦੁਆਰਾ ਸਾਨੂੰ ਬੋਲਣਾ ਸਿਖਾਉਂਦੀ, ਗੁਰੂ ਦੀ ਮੱਤ ਦੁਆਰਾ ਸਾਨੂੰ ਸੁਣਨਾ ਸਿਖਾਉਂਦੀ। ਕਿਉਂਕਿ ਉਹ ਤਾਂ ਜਦੋਂ ਅਸੀਂ ਆਏ, ਜਦੋਂ ਆਪਾਂ ਆਉਂਦੇ ਆਪਾਂ ਸਿੱਖਾਂ, ਬੱਚਾ ਜਿਹੜਾ ਉਹ ਸਿੱਖੇ, ਉਹਨੇ ਸਿੱਖਣਾ ਜੋ ਮਾਂ ਪਿਓ ਨੇ ਸਿਖਾਇਆ, ਜੋ ਉਹਨੇ ਸੰਸਾਰ ਦੇ ਵਿੱਚ ਜਿੱਦਾਂ ਦੀ ਉਹਨੂੰ ਸੰਗਤ ਮਿਲਦੀ ਗਈ ਉੱਦਾਂ ਦਾ ਹੀ ਸਿੱਖਦਾ ਗਿਆ, ਉੱਦਾਂ ਦਾ ਹੀ ਗ੍ਰਹਿਣ ਕਰਦਾ ਗਿਆ ਆਪਦੇ ਅੰਦਰ। ਹੁਣ ਜੇ ਕਿਸੇ ਨੇ ਉਹਨੂੰ ਦੌਦਾ ਸਿਖਾਈ ਅਤੇ ਉਹਨੇ ਦੌਦਾ ਸਿੱਖ ਲਈ,
ਜੇ ਉਹਨੇ ਵੈਰ ਵਿਰੋਧ ਕਿਸੇ ਨੇ ਸਿਖਾਇਆ ਉਹਨੇ ਉਹ ਸਿੱਖ ਲਿਆ, ਈਰਖਾ ਨਫ਼ਰਤ ਕਰਨੀ ਸਿਖਾਈ ਉਹਨੇ ਉਹ ਸਿੱਖ ਲਈ। ਔਰ ਉਹ ਸਾਰਾ ਕੁਛ ਸਿੱਖ ਤਾਂ ਲਿਆ, ਇਹ ਸਿੱਖਦੇ ਹੋਏ ਸਾਡਾ ਮਨ ਸੀ ਜਿਹੜਾ ਜਿਉਂ-ਜਿਉਂ ਇਹ ਸਿੱਖਦਾ ਗਿਆ ਤੇ ਉਹਦੇ ਹੋਰ ਦੁਖੀ ਹੁੰਦਾ ਗਿਆ, ਧਰਮ ਦੀ ਅਗਨ ਦੇ ਵਿੱਚ ਹੋਰ ਜਲਦਾ ਗਿਆ। ਔਰ ਅਸੀਂ ਜਦੋਂ ਸੰਸਾਰ ਦੇ ਵਿੱਚ ਇਹ ਸੰਸਾਰ ਦੀ ਪੜ੍ਹਾਈ ਵੀ ਕਰ ਲੈਂਦੇ ਤੇ ਅਸੀਂ ਆਪਦਾ ਕਾਰੋਬਾਰ ਵੀ ਕਰ ਲੈਂਦੇ ਹਾਂ, ਪਰ ਫਿਰ ਵੀ ਸਾਡੇ ਮਨ ਨੂੰ ਜਿਹੜੀ ਸ਼ਾਂਤੀ ਨਹੀਂ ਆਉਂਦੀ, ਸਾਡੇ ਮਨ ਨੂੰ ਸੁੱਖ ਨਹੀਂ ਮਿਲਦਾ। ਜਿਵੇਂ ਪਹਿਲਾਂ ਮਾਂ ਪਿਓ ਗੁਰੂ ਨੇ, ਫਿਰ ਅੱਗੇ ਜੋ ਸੰਸਾਰ ਦੀ ਵਿੱਦਿਆ ਦਿੰਦੇ ਸਨ, ਫਿਰ ਉਹ ਗੁਰੂ ਨੇ, ਫਿਰ ਸਾਨੂੰ ਅਧਿਆਤਮਕ ਗੁਰੂ ਦੀ ਲੋੜ ਪੈਂਦੀ। ਫਿਰ ਅਸੀਂ ਜਦੋਂ ਸਤਸੰਗ 'ਚ ਆਉਂਦੇ ਹਾਂ, ਫਿਰ ਸਾਨੂੰ ਜੋ ਅਧਿਆਤਮਕ ਗੁਰੂ ਸਾਡੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ, ਉਹ ਫਿਰ ਆਪਾਂ ਨੂੰ ਇਹ ਸਾਰਾ ਸਾਡੇ ਅੰਦਰ ਦਾ ਭੇਦ ਦਿੰਦੇ, ਸਾਨੂੰ ਅੰਦਰ ਦੀ ਸੋਝੀ ਦਿੰਦੇ। ਕਿਉਂਕਿ ਸੰਸਾਰ ਦਾ ਤਾਂ ਅਸੀਂ ਸਾਰਾ ਕੁਛ ਸਿੱਖ ਲਿਆ, ਸੰਸਾਰ 'ਚ ਦੇਖਣਾ ਵੀ ਸਿੱਖ ਲਿਆ, ਬੋਲਣਾ ਵੀ ਸਿੱਖ ਲਿਆ, ਸੁਣਨਾ ਵੀ ਸਿੱਖ ਲਿਆ, ਪਰ ਉਹ ਸੁਣਦੇ ਹੋਏ ਸੰਸਾਰ ਨੂੰ ਦੇਖਦੇ ਹੋਏ, ਸੰਸਾਰ ਦੀਆਂ ਗੱਲਾਂ ਕਰਦੇ ਹੋਏ ਸਾਡੇ ਮਨ ਨੂੰ ਸ਼ਾਂਤੀ ਨਹੀਂ ਆਉਂਦੀ, ਸਾਡੇ ਮਨ ਨੂੰ ਕੋਈ ਸੁੱਖ ਨਹੀਂ ਮਿਲਦਾ। ਆਈਓ ਆਪਾਂ ਸੰਸਾਰ ਦੇ ਵਿੱਚ ਦੇਖਦੇ ਬਈ ਜੀਵ ਕੋਲ ਸਾਰਾ ਕੁਛ ਹੁੰਦੇ ਸੁਣਦੇ ਵੀ ਉਹ ਫਿਰ ਵੀ ਦੁਖੀ ਹੈ, ਫਿਰ ਵੀ ਅਸ਼ਾਂਤ। ਕਿ ਉਹ ਸ਼ਾਂਤ ਹੈ ਕਿਉਂਕਿ ਉਹਨੇ ਇਹ ਅੰਦਰ ਦਾ ਗਿਆਨ ਨਹੀਂ ਲਿਆ, ਅੰਦਰ ਦੀ ਸੋਝੀ ਨਹੀਂ ਲਈ, ਤਾਂ ਕਰਕੇ ਉਹਦਾ ਮਨ ਦੁਖੀ। ਭਾਈਓ ਇਸ ਅਵਸਥਾ ਦੇ ਵਿੱਚ ਦੇਖ ਕੇ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਨੂੰ ਦੱਸਦੇ, ਨਾਨਕ ਦੁਖੀਆ ਸਭ ਸੰਸਾਰ। ਬਈ ਇਹ ਜਿਹੜਾ ਸਾਰਾ ਸੰਸਾਰ ਹੈ, ਇਹ ਸੰਸਾਰ ਦੁਖੀ। ਕਾਹਤੋਂ ਦੁਖੀ ਨੇ? ਜਿਨ੍ਹਾਂ ਨੇ ਜੀਵਨ ਦੀ ਜਾਂਚ ਨਹੀਂ ਸਿੱਖੀ, ਨਹੀਂ ਸਤ ਸੰਗਤ ਕੀਤੀ, ਉਹ ਦੁਖੀ ਨੇ। ਉਹਨਾਂ ਦਾ ਜਿਹੜਾ ਮਨ ਹੈ ਉਹ ਦੁਰਮਤ ਦੀ ਅਗਨ ਦੇ ਵਿੱਚ ਹਰ ਸਮੇਂ ਜਲਦਾ ਹੀ ਰਹਿੰਦਾ ਹੈ, ਹਰ ਸਮੇਂ ਅਸ਼ਾਂਤੀ ਰਹਿੰਦੀ। ਤਾਂ ਕਰਕੇ ਫਿਰ ਉਹ ਸੰਸਾਰ ਦਾ ਜਿੰਨਾ ਮਰਜ਼ੀ ਧਨ ਇਕੱਠਾ ਕਰ ਲੈਣ ਤਾਂ ਮਨ ਨੂੰ ਸ਼ਾਂਤੀ ਨਹੀਂ ਆਉਂਦੀ। ਜਿੰਨਾ ਮਰਜ਼ੀ ਇਹ ਸੰਸਾਰ ਨੂੰ ਦੇਖ ਲੈਣ, ਅੱਖਾਂ ਦੁਆਰਾ ਰੰਗ ਤਮਾਸ਼ੇ ਦੇਖ ਲੈਣ, ਤਾਂ ਮਨ ਨੂੰ ਸ਼ਾਂਤੀ ਨਹੀਂ ਆਉਂਦੀ। ਜਿੰਨਾ ਮਰਜ਼ੀ ਪ੍ਰਦੇਸ਼ਾਂ ਵਿੱਚ ਘੁੰਮ ਲੈਣ ਤਾਂ ਮਨ ਨੂੰ ਟਿਕਾਊ ਨਹੀਂ। ਫਿਰ ਮਹਾਰਾਜ ਕਹਿੰਦੇ ਬਈ ਮਨ ਨੂੰ ਸ਼ਾਂਤੀ ਆਵੇ ਤੇ ਆਵੇ ਕਿਵੇਂ? ਜੇ ਪਰਮਾਤਮਾ ਦੇ ਗੁਣ ਗਾਵੇ, ਜੇ ਸਿਮਰਨ ਕਰੇ। ਸਤਿਗੁਰੂ ਫਰਮਾਉਂਦੇ, ਸੁਖ ਨਾਹੀ ਬਹੁਤਾ ਧਨ ਖਾਟੀ, ਸੁਖ ਨਾਹੀ ਪੇਖੇ ਨਿਤ ਨਾਟੀ, ਸੁਖ ਨਾਹੀ ਬਹੁ ਦੇਸ਼ ਕਮਾਈ, ਸਰਬ ਸੁਖਾਂ ਹਰ ਹਰ ਗੁਣ ਗਾਈ। ਕਿ ਜਦੋਂ ਅਸੀਂ ਮਾਲਕ ਦੇ ਗੁਣ ਗਾਵਾਂਗੇ ਤੇ ਸਾਡੇ ਮਨ ਨੂੰ ਸਾਰੇ ਸੁੱਖ ਮਿਲਣਗੇ, ਇਹਨੂੰ ਸ਼ਾਂਤੀ ਮਿਲੇਗੀ, ਆਨੰਦ ਆਏਗਾ। ਜੇ ਹੁਣ ਇਹ ਮਾਲਕ ਦੇ ਗੁਣ ਨਹੀਂ ਗਾਉਂਦਾ, ਫਿਰ ਇਹਨੂੰ ਸੁੱਖ ਨਹੀਂ ਮਿਲਦਾ। ਭਾਈਓ ਮਹਾਰਾਜ ਕਹਿੰਦੇ ਬਈ ਜੀਵ ਦੀ ਜਿਹੜੀ ਤ੍ਰਿਸ਼ਨਾ ਹੈ, ਉਹ ਤ੍ਰਿਸ਼ਨਾ ਬੁਝਦੀ ਨਹੀਂ। ਨਾ ਤਾਂ ਤ੍ਰਿਸ਼ਨਾ ਬੁਝੇ
ਸੰਸਾਰੀ ਧਨ ਦੇ ਨਾਲ ਜਿੰਨਾ ਮਰਜ਼ੀ ਇਕੱਠਾ ਕਰ ਲਓ, ਉਹ ਅੱਗੇ ਦੀ ਅੱਗੇ ਤ੍ਰਿਸ਼ਨਾ ਜਿੰਨਾ ਇਕੱਠਾ ਕਰਦਾ ਜਾਂਦਾ ਹੋਰ ਵੱਧਦੀ ਜਾਂਦੀ। ਇਸ ਲਈ ਮਹਾਰਾਜ ਫਰਮਾਉਂਦੇ, ਤ੍ਰਿਸ਼ਨਾ ਵਿਰਲੇ ਕੀ ਹੀ ਬੂਝੀ ਹੈ, ਕੋਟ ਜੋਰੇ ਲਾਖ ਕਰੋਰੇ, ਮਨ ਨ ਹੋਰੇ ਪਰੇ ਪਰੇ ਕੋਈ ਲੁਝੀ ਹੈ। ਬਈ ਤ੍ਰਿਸ਼ਨਾ ਜਿਹੜੀ ਉਹ ਜੀਵ ਦੀ ਨਾ ਤਾਂ ਇਹ ਧਨ ਦੇ ਨਾਲ ਬੁਝੇ, ਨਾਲ ਸੰਸਾਰ ਦੇ ਵਿੱਚ ਕਿਸੇ ਅਹੁਦੇ ਨਾਲ ਇਹ ਤ੍ਰਿਸ਼ਨਾ ਬੁਝੇ। ਵੀ ਜੇ ਅਸੀਂ ਆਖੀਏ ਸਾਨੂੰ ਸੰਸਾਰ ਦੇ ਵਿੱਚ ਆਹ ਅਹੁਦਾ ਮਿਲ ਜੇ ਅਤੇ ਸਾਡੀ ਤ੍ਰਿਸ਼ਨਾ ਖਤਮ ਹੋ ਜਾਏਗੀ, ਫਿਰ ਅੱਗੇ ਦੀ ਅੱਗੇ ਹੋਰ ਵੱਧ ਜਾਣੀ ਵੀ ਹੁਣ ਇਸ ਤੋਂ ਅੱਗੇ ਹੋਰ ਵੱਡਾ ਅਹੁਦਾ ਮਿਲਣਾ ਚਾਹੀਦਾ। ਉਹ ਮਿਲ ਗਿਆ, ਅੱਗੇ ਤ੍ਰਿਸ਼ਨਾ ਹੋਰ ਵੱਧ ਗਈ ਵੀ ਹੋਰ ਅੱਗੇ ਹੋਰ ਵੱਡਾ ਅਹੁਦਾ ਮਿਲੇ। ਉਹ ਗਾਂ ਦੀ ਗਾਂ ਤ੍ਰਿਸ਼ਨਾ ਵੱਧਦੀ ਜਾਣੀ। ਇਸ ਵਾਸਤੇ ਫਿਰ ਸਤਿਗੁਰੂ ਸਮਝਾਉਂਦੇ ਵੀ ਨਾ ਤਾਂ ਜੀਵ ਦੀ ਤ੍ਰਿਸ਼ਨਾ ਬੁਝਦੀ ਹੈ ਸੰਸਾਰ ਨੂੰ ਦੇਖਣ ਦੇ ਨਾਲ। ਜਿੰਨਾ ਮਰਜ਼ੀ ਅਸੀਂ ਇਹਨਾਂ ਅੱਖਾਂ ਦੁਆਰਾ ਸੰਸਾਰ ਨੂੰ ਦੇਖੀ ਚੱਲੀਏ, ਰੰਗ ਤਮਾਸ਼ੇ ਦੇਖੀ ਚੱਲੀਏ, ਇਹ ਅੱਖਾਂ ਦੀ ਤ੍ਰਿਸ਼ਨਾ ਨਹੀਂ ਬੁਝਦੀ। ਜਿੰਨਾ ਮਰਜ਼ੀ ਅਸੀਂ ਸੰਸਾਰ ਦੀਆਂ ਗੱਲਾਂ ਸੁਣੀ ਚੱਲੀਏ, ਜਿੰਨਾ ਮਰਜ਼ੀ ਅਸੀਂ ਰੋਜ਼ ਦੀ ਰੋਜ਼ ਨਵੀਆਂ ਸੁਣੀ ਚੱਲੀਏ, ਪਰ ਇਹ ਸਾਡੇ ਕੰਨਾਂ ਦੀ ਤ੍ਰਿਪਤੀ ਨਹੀਂ ਹੋਣੀ। ਅਸੀਂ ਜਿੰਨਾ ਮਰਜ਼ੀ ਸੁਣ ਲਈਏ, ਜਿੰਨਾ ਮਰਜ਼ੀ ਅਸੀਂ ਸੰਸਾਰ ਦੀਆਂ ਗੱਲਾਂ ਕਰ ਲਈਏ, ਇਹ ਸਾਡਾ ਮੁੱਖ ਹੈ ਜਿਹੜਾ ਇਹ ਮੁੱਖ ਨੇ ਰੱਜਣਾ ਨਹੀਂ, ਸਾਡੀ ਰਸਨਾ ਦੀ ਤ੍ਰਿਪਤੀ ਨਹੀਂ ਹੋਣੀ। ਤਾਂ ਮਹਾਰਾਜ ਫਿਰ ਕਹਿੰਦੇ ਬਈ ਜਿਹਦੇ ਕੋਲ ਇਹ ਨਹੀਂ ਹੈ ਬਈ ਅੱਖਾਂ ਨੂੰ ਸੰਤੋਖ ਨਹੀਂ ਹੈ, ਅੱਖਾਂ ਰੱਜੀਆਂ ਨਹੀਂ, ਕੰਨ ਨੇ ਜਿਹੜੇ ਕੰਨਾਂ ਦੀ ਤ੍ਰਿਪਤੀ ਨਹੀਂ ਹੋਈ, ਰਸਨਾ ਦੀ ਤ੍ਰਿਪਤੀ ਨਹੀਂ ਹੋਈ, ਉਹਨੂੰ ਕਹਿੰਦੇ ਇਹ ਭੁੱਖਾ ਹੈ, ਬਈ ਇਹ ਮਨ ਭੁੱਖਾ ਹੈ, ਬਈ ਇਹ ਭੁੱਖੇ ਮਨ ਦੀ ਤ੍ਰਿਪਤੀ ਹੁੰਦੀ ਨਹੀਂ, ਵੀ ਇਹ ਭੁੱਖਾ ਰੱਜਦਾ ਨਹੀਂ। ਅਤੇ ਸਤਿਗੁਰੂ ਕਹਿੰਦੇ ਭੁੱਖ ਗੱਲਾਂ ਨਾਲ ਨਹੀਂ ਜਾਣੀ। ਜੇ ਅਸੀਂ ਆਖੀਏ ਵੀ ਸੰਸਾਰ ਦੀਆਂ ਗੱਲਾਂ ਕਰ ਕਰਕੇ ਭੁੱਖ ਖਤਮ ਹੋ ਜੇ, ਨਹੀਂ ਖਤਮ ਹੋਣੀ। ਭੁੱਖ ਸਾਡੇ ਮਨ ਦੀ ਫੇਰ ਖਤਮ ਹੋਣੀ ਜੇ ਪਰਮਾਤਮਾ ਦੇ ਗੁਣ ਗਾ ਗਾ ਕੇ ਉਹਦੇ ਵਿੱਚ ਸਮਾਵੇ, ਉਹਦੇ ਵਿੱਚ ਲੀਨ ਹੋਵੇ। ਗੁਰੂ ਨਾਨਕ ਪਾਤਸ਼ਾਹ ਸਾਨੂੰ ਫਰਮਾਉਂਦੇ, ਆਖਣ ਆਖ ਨ ਰੱਜਿਆ, ਸੁਣ ਨ ਰੱਜੇ ਕੰਨ, ਅੱਖੀਂ ਵੇਖ ਨ ਰੱਜੀਆਂ, ਗੁਣ ਗਾਹ ਕੇ ਕਬੰਨ, ਭੁੱਖਿਆਂ ਭੁੱਖ ਨ ਉਤਰੇ, ਗਲੀ ਭੁੱਖ ਨ ਜਾਈ, ਨਾਨਕ ਭੁੱਖਾ ਤਾਂ ਰੱਜੇ, ਜੇ ਗੁਣ ਕਹਿ ਗੁਣੀ ਸੰਭਾਈ। ਵੀ ਇਹ ਭੁੱਖਾ ਰੱਜੇ ਤੇ ਰੱਜਿਆ ਹੀ ਕਿਵੇਂ, ਜੇ ਮਾਲਕ ਦੇ ਗੁਣ ਗਾ ਗਾ ਕੇ ਉਹਦੇ ਵਿੱਚ ਲੀਨ ਹੋਵੇ, ਸੰਭਾਵੇ ਅਤੇ ਇਹਦੀ ਤ੍ਰਿਪਤੀ ਹੋਵੇ। ਨਹੀਂ ਤਾਂ ਇਹਦੀ ਭੁੱਖ ਸੰਸਾਰ ਦੇ ਵਿੱਚ ਤਾਂ ਕਦੇ ਮਿਟਦੀ ਨਹੀਂ। ਤਾਂਹੀਓ ਮਹਾਰਾਜ ਕਹਿੰਦੇ ਮਨਮੁੱਖ ਹੈ ਜਿਹੜਾ ਉਹ ਇੱਥੋਂ ਭੁੱਖਾ ਹੀ ਰਹਿੰਦਾ ਅਤੇ ਭੁੱਖਾ ਹੀ ਦਮ ਤੋੜ ਦਿੰਦਾ ਅਤੇ ਇੱਥੋਂ ਭੁੱਖਾ ਹੀ ਜਾਂਦਾ, ਉਹਦੀ ਤ੍ਰਿਪਤੀ ਨਹੀਂ ਹੁੰਦੀ ਕਦੇ ਵੀ। ਕਿਉਂਕਿ ਉਹਦੀ ਜਿਹੜੀ ਤ੍ਰਿਸ਼ਨਾ ਉਹ ਤ੍ਰਿਸ਼ਨਾ ਵੱਝਦੀ ਨਹੀਂ, ਤ੍ਰਿਸ਼ਨਾ ਖਤਮ ਨਹੀਂ ਹੁੰਦੀ, ਉਹ ਤ੍ਰਿਸ਼ਨਾ ਹੋਰ ਅੱਗੇ ਦੀ ਅੱਗੇ ਵੱਧਦੀ ਜਾਂਦੀ। ਦੇਖਣ ਦੀ ਤ੍ਰਿਸ਼ਨਾ, ਸੁਣਨ ਦੀ ਤ੍ਰਿਸ਼ਨਾ, ਬੋਲਣ ਦੀ ਤ੍ਰਿਸ਼ਨਾ, ਇਹ ਗਾਂ ਦੀ ਗਾਂ ਹੋਰ ਵੱਧਦੀ ਜਾਂਦੀ। ਤਾਂ ਕਰਕੇ ਫਿਰ ਸਾਨੂੰ ਸਮਝਾਉਂਦੇ ਵੀ ਇਹ ਜਿਹੜਾ ਸੰਸਾਰ ਦਾ ਮਾਰਗ ਹੈ, ਇਹਨੂੰ ਕਹਿੰਦੇ ਧਾਤ ਦਾ ਮਾਰਗ। ਇਹ ਧਾਤ ਦੇ ਮਾਰਗ ਦੇ ਉੱਤੇ ਸਾਡਾ ਜਿਹੜਾ ਮਨ ਹੈ ਇਹ ਥਿਰ ਨਹੀਂ ਹੁੰਦਾ, ਇਹ ਰੁਕਦਾ ਨਹੀਂ। ਇਸ ਲਈ ਮਹਾਰਾਜ ਕਹਿੰਦੇ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ। ਬਈ ਇਹ ਸੰਸਾਰ ਦੇ ਮਾਰਗ 'ਤੇ ਮਨ ਨੇ ਥਿਰ ਨਹੀਂ ਹੋਣਾ,
ਮਨ ਨੇ ਇੱਕ ਥਾਂ 'ਤੇ ਰੁਕਣਾ ਕੋਈ ਨਹੀਂ। ਔਰ ਆਪਾਂ ਨੂੰ ਫਿਰ ਸਮਝਾਉਂਦੇ ਵੀ ਇਹ ਜਿਹੜੀ ਤ੍ਰਿਸ਼ਨਾ, ਇਹ ਤ੍ਰਿਸ਼ਨਾ ਸਾਨੂੰ ਉਦੋਂ ਲੱਗਦੀ ਜਦੋਂ ਸਾਡੀ ਨਾਮ ਦੇ ਨਾਲੋਂ ਲਿਵ ਟੁੱਟਦੀ। ਜਦੋਂ ਲਿਵ ਟੁੱਟੀ ਨਾਮ ਦੇ ਨਾਲੋਂ ਤੇ ਸਾਡੇ ਮਨ ਨੂੰ ਇਹ ਮਾਇਆ ਲੱਗ ਗਈ, ਸਾਡੇ ਮਨ ਨੂੰ ਇਹ ਤ੍ਰਿਸ਼ਨਾ ਲੱਗ ਗਈ। ਸਤਿਗੁਰੂ ਫਰਮਾਉਂਦੇ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਜਿਉਂ ਹੀ ਸਾਡੇ ਮਨ ਦੀ ਲਿਵ ਟੁੱਟੀ, ਸਾਡੇ ਮਨ ਨੂੰ ਇਹ ਮਾਇਆ ਲੱਗੀ, ਤ੍ਰਿਸ਼ਨਾ ਲੱਗੀ, ਤੇ ਅਸੀਂ ਇਸ ਮਾਇਆ ਨੂੰ, ਕਰਮ ਨੂੰ ਦ੍ਰਿੜ ਕਰਨਾ ਸ਼ੁਰੂ ਕਰ ਦਿੱਤਾ। ਪਹਿਲੀ ਲਾਭ ਦੇ ਵਿੱਚ ਜਿਉਂ ਹੀ ਇੱਧਰ ਆਏ, ਜਦੋਂ ਦਾ ਅਸੀਂ ਮਾਂ ਦੇ ਗਰਭ ਦੇ ਵਿੱਚ ਹੁੰਦੇ ਹਾਂ, ਉਦੋਂ ਅਸੀਂ ਉਰਦਮੁਖੀ ਹੁੰਦੇ ਹਾਂ। ਉਸ ਅਸੀਂ ਨਿਵਰਤ ਹੁੰਦੇ ਹਾਂ, ਨਿਵਰਤੀ ਹੁੰਦੇ ਹਾਂ। ਇੱਧਰ ਆਉਂਦੇ ਹਾਂ ਅਤੇ ਇੱਧਰ ਪ੍ਰਵਿਰਤੀ ਵਿੱਚ ਬਦਲ ਜਾਂਦੇ। ਉੱਧਰ ਉਰਦਮੁਖੀ ਹੁੰਦੇ ਹਾਂ, ਪਰ ਇੱਧਰ ਜਦੋਂ ਆਉਂਦੇ ਇੱਧਰ ਅਰਧਮੁਖੀ ਹੋ ਜਾਂਦੇ, ਥੱਲੇ ਨੂੰ ਹੋ ਜਾਂਦੇ, ਮਾਇਆ ਦੇ ਵਿੱਚ ਆ ਜਾਂਦੇ। ਅਤੇ ਜਿਉਂ ਹੀ ਇੱਧਰ ਆਏ, ਪਹਿਲੀ ਲਾਭ ਦੇ ਵਿੱਚ ਹੀ ਅਸੀਂ ਇਹ ਮਾਇਆ ਨੂੰ ਦ੍ਰਿੜ ਕਰਨਾ ਸ਼ੁਰੂ ਕਰ ਦਿੱਤਾ, ਕਰਮ ਨੂੰ। ਮਹਾਰਾਜ ਕਹਿੰਦੇ ਹਰ ਪਹਿਲੜੀ ਲਾਭ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ। ਹੁਣ ਕਰਮ ਅਸੀਂ ਕਿਹੜਾ ਦ੍ਰਿੜ ਕੀਤਾ? ਇਹ ਤਾਂ ਨਹੀਂ ਵੀ ਬੱਚੇ ਨੂੰ ਆਉਂਦੇ ਨੂੰ ਹੀ ਆਪਾਂ ਕੰਮ 'ਤੇ ਲਾ ਦਿੰਦੇ ਵੀ ਕੰਮ ਕਰ। ਸਾਡੇ ਮਨ ਨੇ ਕਰਮ ਦ੍ਰਿੜ ਕਰਨਾ ਸ਼ੁਰੂ ਕਰ ਦਿੱਤਾ। ਕਰਮ ਕਿਹੜਾ? ਅਸੀਂ ਇੱਧਰ ਮਾਇਆ ਨੂੰ ਦੇਖਣਾ ਸ਼ੁਰੂ ਕਰ ਦਿੱਤਾ। ਪਹਿਲਾਂ ਮਾਲਕ ਨੂੰ ਦੇਖਦੇ, ਪਰਮਾਤਮਾ ਨੂੰ, ਅਤੇ ਹੌਲੀ ਹੌਲੀ ਸਾਨੂੰ ਸਾਡੇ ਮਾਤਾ ਪਿਤਾ ਨੇ ਇੱਧਰ ਸੰਸਾਰ ਦੇ ਵਿੱਚ ਜਦੋਂ ਬੁਲਾਉਣਾ ਸ਼ੁਰੂ ਕੀਤਾ। ਪਹਿਲਾਂ ਤਾਂ ਬੱਚਾ ਮਾਲਕ ਨੂੰ ਹੀ ਦੇਖਦਾ ਹੈ, ਆਪਾਂ ਪਰਮਾਤਮਾ ਨੂੰ ਹੀ ਦੇਖਦੇ ਹਾਂ। ਹੌਲੀ ਹੌਲੀ ਫਿਰ ਅਸੀਂ ਜਦੋਂ ਇੱਧਰ ਆਕਾਰ ਨੂੰ ਦੇਖਣਾ ਸ਼ੁਰੂ ਕਰ ਦਿੱਤਾ, ਇਹ ਸਾਡੀਆਂ ਅੱਖਾਂ ਦਾ ਕਰਮ ਸ਼ੁਰੂ ਹੋ ਗਿਆ। ਅੱਖਾਂ ਦੁਆਰਾ ਅਸੀਂ ਕਰਮ ਕਰਨਾ ਸ਼ੁਰੂ ਕਰ ਦਿੱਤਾ, ਅਸੀਂ ਮਾਇਆ ਨੂੰ ਦੇਖਣਾ ਸ਼ੁਰੂ ਕਰ ਦਿੱਤਾ, ਅਤੇ ਉਹ ਮਾਇਆ ਜਿਹੜੀ ਸਾਡੇ ਮਨ ਨੂੰ ਲੱਗ ਗਈ ਉੱਥੇ। ਫਿਰ ਅਸੀਂ ਹੌਲੀ ਹੌਲੀ ਸੁਣਨਾ ਸ਼ੁਰੂ ਕਰ ਦਿੱਤਾ ਇਹਨਾਂ ਕੰਨਾਂ ਦੁਆਰਾ। ਬਾਹਰ ਦੀ ਆਵਾਜ਼ਾਂ, ਉਹ ਕੰਨਾਂ ਦਾ ਕਰਮ ਸ਼ੁਰੂ ਹੋ ਗਿਆ। ਫਿਰ ਅਸੀਂ ਇਹ ਬੋਲਣਾ ਸ਼ੁਰੂ ਕਰ ਦਿੱਤਾ। ਜਦੋਂ ਬੋਲਣਾ ਸ਼ੁਰੂ ਕਰ ਦਿੱਤਾ ਅਤੇ ਮਾਇਆ ਨੂੰ ਬੋਲਣਾ ਸ਼ੁਰੂ ਕਰ ਦਿੱਤਾ, ਮਾਇਆ ਨੂੰ ਦ੍ਰਿੜ ਕਰਨਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਫਿਰ ਪਹਿਲੀ ਲਾਭ ਦੇ ਵਿੱਚ ਹੀ ਅਸੀਂ ਇਹ ਕਰਮ ਨੂੰ ਦ੍ਰਿੜ ਕਰਨਾ ਸ਼ੁਰੂ ਕਰ ਦਿੱਤਾ। ਕਰਮ ਕੀ? ਇਹ ਸਾਡਾ ਅੱਖਾਂ ਦਾ ਕਰਮ ਦੇਖਣਾ, ਕੰਨਾਂ ਦਾ ਕਰਮ ਸੁਣਨਾ, ਰਸਨਾਂ ਦਾ ਕਰਮ ਬੋਲਣਾ, ਅਤੇ ਇਹ ਜਿਹੜਾ ਸਰੀਰ ਚਮੜੀ ਦਾ ਕਰਮ, ਬਈ ਇਹ ਜਿਹੜਾ ਗਿਆਨ ਅੰਦਰ ਹੈ, ਇਹਦੇ ਨਾਲ ਸਪਰਸ਼ ਅਸੀਂ ਕਰਦੇ ਹਾਂ, ਉਹ ਅਸੀਂ ਕਰਨਾ ਸ਼ੁਰੂ ਕਰ ਦਿੱਤਾ। ਉਹ ਸਾਡੇ ਮਨ ਨੇ ਇਹ ਕਰਮ ਨੂੰ ਦ੍ਰਿੜ ਕਰਨਾ ਸ਼ੁਰੂ ਕਰ ਦਿੱਤਾ। ਹੁਣ ਐਸਾ ਇਹਨੂੰ ਦ੍ਰਿੜ ਕਰਨਾ ਸ਼ੁਰੂ ਕੀਤਾ। ਪਹਿਲਾਂ ਮਾਂ ਪਿਓ ਨੂੰ ਦੇਖਿਆ, ਫਿਰ ਹੌਲੀ ਹੌਲੀ ਭੈਣ ਭਰਾਵਾਂ ਨੂੰ, ਫਿਰ ਅੱਗੇ ਦੀ ਅੱਗੇ ਇਹ ਵੱਧਦਾ ਹੀ ਗਿਆ। ਗਾਂ ਦੀ ਗਾਂ ਇਹ ਅਸੀਂ ਵਧਣਾ ਸ਼ੁਰੂ ਕਰ ਦਿੱਤਾ। ਉਹ ਦੇਖਦੇ ਦੇਖਦੇ ਅਸੀਂ ਇੰਨੀ ਦੂਰ ਚਲੇ ਗਏ, ਪਰਮਾਤਮਾ ਨੇੜੇ ਸੀ। ਪਹਿਲਾਂ ਪਰਮਾਤਮਾ ਨੂੰ ਦੇਖਦੇ ਸੀ, ਪਰਮਾਤਮਾ ਨੂੰ ਦੇਖਣਾ ਬੰਦ ਕੀਤਾ, ਅਤੇ ਉਹ ਅੱਗੇ ਦੀ ਅੱਗੇ ਮਾਇਆ ਨੂੰ ਦੇਖਣਾ ਸ਼ੁਰੂ ਕਰ ਦਿੱਤਾ। ਗਾਂ ਦੀ ਗਾਂ ਉਹ ਕਰਮ ਨੂੰ ਦ੍ਰਿੜੀ ਕਰਦੇ ਗਏ। ਅੱਗੇ ਦੀ ਅੱਗੇ ਉਹ ਕਰਮ ਵੱਧਦਾ ਹੀ ਗਿਆ, ਹੋਰ ਦੀ ਹੋਰ, ਹੋਰ ਦੀ ਹੋਰ, ਗਾਂ ਦੀ ਗਾਂ ਵਧਣਾ ਸ਼ੁਰੂ ਹੋ ਗਿਆ। ਇਸੇ ਤਰ੍ਹਾਂ ਹੀ ਅਸੀਂ ਕਟਾ ਦੁਬਾਰਾ ਪਹਿਲਾਂ ਹੌਲੀ ਹੌਲੀ ਉਹ ਮਾਂ ਪਿਓ ਛਣੇ ਵਜਾਉਂਦੇ, ਉਹਨਾਂ ਨੂੰ ਸੁਣਨਾ ਸ਼ੁਰੂ ਕੀਤਾ। ਫਿਰ ਗਾਂ ਦੀ ਗਾਂ ਜਿਉਂ ਸੁਣਨਾ ਸ਼ੁਰੂ ਕੀਤਾ, ਸੁਣਦੇ ਸੁਣਦੇ
ਉਹ ਸੁਣੀ ਗਏ ਸੁਣ ਕੇ ਹੋਰ ਦ੍ਰਿੜ ਕਰੀ ਗਏ ਮਾਇਆ ਨੂੰ। ਇਸੇ ਤਰ੍ਹਾਂ ਹੀ ਅਸੀਂ ਬੋਲ ਕੇ ਜਿਉਂ ਅਸੀਂ ਬੋਲਣਾ ਸ਼ੁਰੂ ਕੀਤਾ, ਪਹਿਲਾਂ ਮਾਂ ਪਿਓ ਦਾ ਅਤੇ ਫਿਰ ਅੱਗੇ ਦੀ ਅੱਗੇ ਬੋਲਦੇ ਗਏ। ਉਹ ਇੰਨੀ ਮਾਇਆ ਦ੍ਰਿੜ ਹੋ ਗਈ ਬੋਲ ਕੇ। ਅਤੇ ਇਸ ਨੂੰ ਮਹਾਰਾਜ ਕਹਿੰਦੇ ਵੀ ਕਰਮ ਅਸੀਂ ਪੂਰਾ ਦ੍ਰਿੜ ਕਰ ਲਿਆ। ਹਰ ਪਹਿਲੜੀ ਲਾਮ ਪਰਵਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ। ਵੀ ਇਹ ਹੁਣ ਕਰਮ ਅਸੀਂ ਬਹੁਤ ਜ਼ਿਆਦਾ ਦ੍ਰਿੜ ਕਰ ਲਿਆ ਸਾਡੇ ਮਨ ਨੇ। ਔਰ ਜਦੋਂ ਫਿਰ ਆਪਾਂ ਸਤਸੰਗ 'ਚ ਆਉਂਦੇ, ਗੁਰੂ ਦੀ ਸ਼ਰਨ ਦੇ ਵਿੱਚ ਆਉਂਦੇ, ਫਿਰ ਉਹ ਸਾਨੂੰ ਕਹਿੰਦੇ ਜਿਵੇਂ ਹੁਣ ਤੁਸੀਂ ਇਸ ਸੰਸਾਰ ਦੀ ਮਾਇਆ ਨੂੰ ਦ੍ਰਿੜ ਕੀਤਾ, ਔਰ ਇਸੇ ਤਰ੍ਹਾਂ ਹੀ ਤੁਸੀਂ ਸੱਚ ਅਤੇ ਨਾਮ ਨੂੰ ਦ੍ਰਿੜ ਕਰੋ। ਇਹ ਸਾਨੂੰ ਫਿਰ ਕੌਣ ਦੱਸਦਾ? ਗੁਰਬਾਣੀ ਗੁਰੂ ਮਹਾਰਾਜ ਕਹਿੰਦੇ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਭਾਵਤ ਜਾਇਆ ਬਲਰਾਮ ਜੀਓ। ਬਈ ਜਿਉਂ ਹੁਣ ਅਸੀਂ ਧਰਮ ਕਹਿੰਦੇ ਨੇ ਪਰਮਾਤਮਾ ਨੂੰ, ਸੱਚ ਨੂੰ, ਜਿਉਂ ਅਸੀਂ ਧਰਮ ਨੂੰ ਦ੍ਰਿੜ ਕਰਾਂਗੇ ਤਿਉਂ ਜਿਹੜੀ ਇਹ ਸਾਡੇ ਮਨ 'ਤੇ ਪਾਪਾਂ ਦੀ ਮੈਲ ਲੱਗੀ ਹੈ, ਇਹ ਮੈਲ ਜਿਹੜੇ ਸਾਡੇ ਮਨ ਨੇ ਕਰਮ ਕੀਤਾ, ਇਹ ਸਾਰੀ ਜਿਉਂ ਅਸੀਂ ਕਰਮ ਨੂੰ ਦ੍ਰਿੜ ਕਰਦੇ ਗਏ ਤਿਉਂ ਮੈਲ ਚੜ੍ਹਦੀ ਗਈ। ਔਰ ਜਿਉਂ ਅਸੀਂ ਸੱਚ ਨੂੰ ਧਰਮ ਨੂੰ ਦ੍ਰਿੜ ਕਰਾਂਗੇ, ਇਹਦੇ ਸਾਡੇ ਮਨ ਦੀ ਮੈਲ ਉਤਰਦੀ ਜਾਏਗੀ। ਜਿਵੇਂ ਹੁਣ ਬੱਚਾ ਜਦੋਂ ਆਪਾਂ ਸੰਸਾਰ 'ਚ ਆਏ ਸੀ ਉਦੋਂ ਅਸੀਂ ਪੂਰੇ ਨਿਰਮਲ ਸੀ, ਬੱਚੇ ਦੇ ਮਨ 'ਚ ਕੋਈ ਮੈਲ ਨਹੀਂ ਹੁੰਦੀ। ਪਰਮਾਤਮਾ ਦਾ ਹੀ ਰੂਪ ਹੁੰਦਾ, ਮਾਲਕ ਨੂੰ ਹੀ ਦੇਖਦਾ। ਉਹ ਜਿਉਂ ਅਸੀਂ ਮਾਇਆ ਉਹਨੂੰ ਦ੍ਰਿੜ ਕਰਾਈ ਤਿਉਂ ਮੈਲਾ ਹੁੰਦਾ ਗਿਆ। ਜਿਉਂ ਮਾਇਆ ਉੱਤੇ ਚੜ੍ਹਦੀ ਗਈ ਤਿਉਂ ਉਹਦੇ 'ਤੇ ਮੈਲ ਲੱਗਦੀ ਗਈ। ਔਰ ਆਪਾਂ ਨੂੰ ਫਿਰ ਸਮਝਾਉਂਦੇ ਵੀ ਹੁਣ ਅਸੀਂ ਕਿਵੇਂ ਧਰਮ ਨੂੰ ਦ੍ਰਿੜ ਕਰਨਾ। ਉਹ ਫਿਰ ਆਪਾਂ ਨੂੰ ਫਿਰ ਇਹ ਗੁਰੂ ਸਾਰਾ ਫਿਰ ਸਿਖਾਉਂਦੇ, ਭੇਜ ਦਿੰਦੇ ਵੀ ਉਹ ਸੰਸਾਰ ਦਾ ਤਾਂ ਅਸੀਂ ਸਿੱਖ ਲਿਆ ਵੀ ਇਹਨਾਂ ਅੱਖਾਂ ਦੁਆਰਾ ਮਾਇਆ ਨੂੰ ਕਿਵੇਂ ਦੇਖਣਾ, ਉਹ ਅਸੀਂ ਪੂਰਾ ਦ੍ਰਿੜ ਕਰ ਲਿਆ। ਇੱਧਰ ਅਸੀਂ ਕਿਵੇਂ ਇੱਕ ਚਿੱਤ ਹੋਣਾ, ਉਹ ਅਸੀਂ ਪੂਰਾ ਸਿੱਖ ਲਿਆ। ਹੁਣ ਉਹੀਓ ਫਿਰ ਸਾਨੂੰ ਗੁਰੂ ਸਿਖਾਉਂਦੇ ਵੀ ਹੁਣ ਕਿਵੇਂ ਅਸੀਂ ਪਰਮਾਤਮਾ ਨੂੰ ਨੇੜੇ ਦੇਖਣਾ, ਮਾਲਕ ਨੂੰ ਦੇਖਣਾ। ਵੀ ਜਿਹੜਾ ਸਾਡੇ ਤੇ ਪਰਮਾਤਮਾ ਵਿੱਚ ਹੁਣੇ ਮਾਇਆ ਦਾ ਪਰਦਾ ਆ ਗਿਆ, ਉਹ ਮਾਇਆ ਦੀ ਜਿਹੜੀ ਮੈਲ ਸੀ, ਉਹ ਮੈਲ ਜਦੋਂ ਚੜ੍ਹ ਗਈ, ਉਹ ਮੈਲ ਹੀ ਵਿੱਚ ਪਰਦਾ ਖੜਾ ਹੋ ਗਿਆ ਸਾਡੇ ਤੇ ਪਰਮਾਤਮਾ ਦੇ ਵਿੱਚ। ਉਹ ਫਿਰ ਪਰਦਾ ਗੁਰੂ ਹਟਾਉਂਦਾ, ਉਹ ਪਰਦਾ ਪਾਸੇ ਹਟਾ ਕੇ ਉਹ ਸਾਨੂੰ ਪਰਮਾਤਮਾ ਦੀ ਵਾਹਿਗੁਰੂ ਦੇ ਸਨਮੁਖ ਕਰ ਦਿੰਦੀ। ਉਹ ਸਾਨੂੰ ਫਿਰ ਦੇਖਣਾ ਸਿਖਾਉਂਦੀ, ਜਿਵੇਂ ਆਪਾਂ ਨੂੰ ਮਾਂ ਪਿਓ ਨੇ ਸਿਖਾਇਆ ਸੰਸਾਰ ਦਾ ਦੇਖਣਾ, ਇਸੇ ਤਰ੍ਹਾਂ ਹੀ ਫਿਰ ਗੁਰਬਾਣੀ ਗੁਰੂ ਸਾਨੂੰ ਸਿਖਾਉਂਦੇ ਵੀ ਅਸੀਂ ਕਿਵੇਂ ਆਪਣੇ ਮਾਤਾ ਪਿਤਾ, ਜਿਹੜਾ ਅਸਲ ਮਾਤਾ ਪਿਤਾ, ਉਹਨੂੰ ਦੇਖਣਾ। ਜਿਵੇਂ ਇਸ ਸੰਸਾਰ ਦਾ ਤਾਂ ਅਸੀਂ ਸਿੱਖ ਲਿਆ, ਇਹਨਾਂ ਨੂੰ ਕਿਵੇਂ ਦੇਖਣਾ। ਹੁਣ ਜਿਹੜਾ ਸਾਡੇ ਮਨ ਦਾ ਮਾਤਾ ਪਿਤਾ ਪਰਮਾਤਮਾ ਵਾਹਿਗੁਰੂ, ਉਹਨੂੰ ਅਸੀਂ ਕਿਵੇਂ ਦੇਖਣਾ, ਇਹ ਫਿਰ ਆਪਾਂ ਨੂੰ ਗੁਰੂ ਸਿਖਾਉਂਦਾ। ਫਿਰ ਅਸੀਂ ਮਾਲਕ ਦੀ ਜੋ ਆਵਾਜ਼ ਹੈ, ਉਹ ਆਵਾਜ਼ ਨੂੰ ਕਿਵੇਂ ਸੁਣਨਾ, ਫਿਰ ਉਹ ਆਪਾਂ ਨੂੰ ਗੁਰੂ ਸਿਖਾਉਂਦਾ ਵੀ ਇਸ ਤਰ੍ਹਾਂ ਹੁਣ ਤੁਸੀਂ ਆਪਣੇ ਮਾਤਾ ਪਿਤਾ ਦੀ ਆਵਾਜ਼ ਨੂੰ ਵੀ ਸੁਣੋ। ਫਿਰ ਆਪਣੇ ਮਾਤਾ ਪਿਤਾ ਦਾ ਕੀ ਨਾਂ ਹੈ, ਜਿਵੇਂ ਹੁਣ ਆਪਾਂ ਨੂੰ ਸੰਸਾਰੀ ਮਾਤਾ ਪਿਤਾ ਦਾ ਤਾਂ ਪਤਾ ਹੈ ਵੀ ਸਾਡੇ ਮਾਂ ਪਿਓ ਦਾ ਨਾਂ ਹੈ, ਬੱਚੇ ਨੂੰ ਆਪ ਸਿਖਾਉਂਦੇ। ਹੁਣ ਗੁਰਬਾਣੀ ਗੁਰੂ ਆਪਾਂ ਨੂੰ ਦੱਸਦੇ ਵੀ ਜਿਹੜਾ ਸਾਡਾ ਅਸਲ ਮਾਤਾ ਪਿਤਾ, ਉਹਦਾ ਕੀ ਨਾਂ ਹੈ। ਉਹ ਫਿਰ ਆਪਾਂ ਨੂੰ ਦੱਸਦੇ, ਗੁਰੂ ਨਾਨਕ ਦੇ ਘਰ ਨੇ ਦੱਸਿਆ ਵੀ ਉਹਨੂੰ ਵਾਹਿਗੁਰੂ ਆਖੇ। ਵੀ ਸਾਡਾ ਜਿਹੜਾ ਸਾਰਿਆਂ ਦਾ ਮਾਤਾ ਪਿਤਾ, ਉਹ ਨਿਰੰਕਾਰ ਵਾਹਿਗੁਰੂ। ਫਿਰ ਆਪਾਂ ਨੂੰ ਬੋਲਣਾ ਸਿਖਾਉਂਦੇ
ਪਹਿਲਾਂ ਤਾਂ ਸਾਨੂੰ ਬੋਲਣਾ ਨਹੀਂ ਆਉਂਦਾ ਵੀ ਅਸੀਂ ਵਾਹਿਗੁਰੂ ਕਿਵੇਂ ਬੋਲਣਾ। ਫਿਰ ਉਹ ਆਪਾਂ ਨੂੰ ਬੋਲਣਾ ਸਿਖਾਉਂਦੇ ਵੀ ਇਸ ਤਰ੍ਹਾਂ ਆਪਣੇ ਮਾਤਾ ਪਿਤਾ ਨੂੰ ਬੁਲਾਓ, ਇਹ ਉਹਦਾ ਨਾਂ ਹੈ। ਸੋ ਇਸ ਤਰ੍ਹਾਂ ਫਿਰ ਜਦੋਂ ਆਪਾਂ ਇਹ ਸਾਰਾ ਸਿੱਖਦੇ ਹਾਂ, ਫਿਰ ਸਾਡਾ ਜਿਹੜਾ ਜੀਵਨ ਇੱਧਰ ਗੁਰਮਤਿ ਵਾਲੇ ਪਾਸੇ ਇੱਧਰ ਸ਼ੁਰੂ ਹੁੰਦਾ ਹੈ। ਜਿਵੇਂ ਆਪਾਂ ਜਦੋਂ ਗੁਰੂ ਵਾਲੇ ਬਣਦੇ ਹਾਂ, ਗੁਰੂ ਵਾਲੇ ਬਣ ਕੇ ਆਪਾਂ ਪਰਮਾਤਮਾ ਦੇ ਸਨਮੁਖ ਹੋ ਜਾਂਦੇ ਹਾਂ, ਪਰਮਾਤਮਾ ਨੂੰ ਆਪਾਂ ਦੇਖਣਾ ਸ਼ੁਰੂ ਕਰ ਦਿੰਦੇ ਹਾਂ। ਨਾਮ ਦੀ ਆਪਾਂ ਨੂੰ ਪਹਿਚਾਣ ਆ ਜਾਂਦੀ ਆਪਣੇ ਮਾਤਾ ਪਿਤਾ ਦੀ ਆਵਾਜ਼ ਦੀ। ਫਿਰ ਉਸ ਦਿਨ ਤੋਂ ਸਾਡਾ ਜਿਹੜਾ ਜੀਵਨ ਹੈ ਇਹ ਜੀਵਨ ਗਿਣਤੀ ਵਿੱਚ ਆਉਂਦਾ, ਗਿਣਿਆ ਜਾਂਦਾ। ਮਹਾਰਾਜ ਕਹਿੰਦੇ ਜੀਵਨ ਤੋ ਗਣੀਏ ਜਾ ਹਰ ਪੇਖਾਂ, ਵੀ ਸਾਡਾ ਜੀਵਨ ਗਿਣੇ ਹੀ ਉਦੋਂ ਤੋਂ ਜਾਣਾ ਜਦੋਂ ਅਸੀਂ ਪਰਮਾਤਮਾ ਨੂੰ ਦੇਖ ਲਈਏ। ਉਹਦਾ ਤਾਂ ਚਾਹੇ ਸੰਸਾਰ ਦੇ ਵਿੱਚ ਆਪਣੀ ਕਿੰਨੀ ਵੀ ਉਮਰ ਹੋ ਜੇ, 100 ਸਾਲ ਹੋ ਜੇ, ਪਰ ਸਾਡਾ ਜੀਵਨ ਉਸ ਦਿਨ ਤੋਂ ਹੀ ਗਿਣਿਆ ਜਾਂਦਾ ਜਿਸ ਦਿਨ ਆਪਾਂ ਪਰਮਾਤਮਾ ਦੀ ਪਹਿਚਾਣ ਕਰ ਲੈਂਦੇ। ਮਹਾਰਾਜ ਫਰਮਾਉਂਦੇ ਜੇ 100 ਵਰ੍ਹਿਆਂ ਜੀਵਨ ਖਾਣ, ਖਾਸਮ ਪਛਾਣੇ ਸੋ ਦਿਨ ਪਰਵਾਨ। ਇਹ ਜਿਸ ਦਿਨ ਸਾਨੂੰ ਸਾਡੇ ਮਾਤਾ ਪਿਤਾ ਦੀ, ਸਾਡੇ ਪਤੀ ਦੀ ਪਹਿਚਾਣ ਆ ਗਈ, ਅਸੀਂ ਉਸ ਦਿਨ ਪਰਵਾਨ ਹੋ ਜਾਂਦੇ। ਜਿਸ ਦਿਨ ਆਪਾਂ ਨੂੰ ਪਰਮਾਤਮਾ ਦੀ ਆਵਾਜ਼ ਦੀ ਪਹਿਚਾਣ ਆ ਗਈ, ਅਸੀਂ ਸ਼ਬਦ ਗੁਰੂ ਨੂੰ ਪਹਿਚਾਣ ਕਰ ਲਈ ਜੋ ਆਪਾਂ ਨੂੰ ਗੁਰੂ ਨੇ ਕਰਾਉਣੀ, ਆਪਾਂ ਉਸ ਦਿਨ ਪਰਵਾਨ ਹੋ ਜਾਂਦੇ, ਜਿਉਂਦੇ ਵੀ ਅਤੇ ਮਰਨ ਤੋਂ ਬਾਅਦ ਵੀ। ਇਸ ਲਈ ਮਹਾਰਾਜ ਕਹਿੰਦੇ ਗੁਰਮੁਖ ਜੀਵੈ ਮਰੇ ਪਰਵਾਨ, ਆਰਜਾ ਨ ਸੀਜੇ ਸ਼ਬਦ ਪਛਾਣ। ਕਿ ਜਿਸ ਦਿਨ ਸਾਨੂੰ ਸ਼ਬਦ ਗੁਰੂ ਦੀ ਪਹਿਚਾਣ ਆ ਗਈ, ਉਸ ਦਿਨ ਅਸੀਂ ਪਰਵਾਨ ਹੋ ਗਏ, ਜਿਉਂਦੇ ਵੀ ਅਤੇ ਮਰਨ ਤੋਂ ਬਾਅਦ ਵੀ। ਗੁਰਮੁਖ ਨੇ ਜਿਹੜੇ ਉਹ ਪਰਵਾਨ ਹੀ ਮਾਲਕ ਨੂੰ, ਉਹ ਜਿਉਂਦੇ ਵੀ ਮੁਕਤ ਨੇ ਅਤੇ ਮਰਨ ਤੋਂ ਬਾਅਦ ਵੀ ਮੁਕਤ। ਇਹ ਹੋ ਗਏ ਉਹ ਜਿਉਂਦੇ ਜੀ ਮੁਕਤ ਹੋ ਗਈ, ਉਹ ਜਿਉਂਦੇ ਜੀ ਪਰਵਾਨ ਹੋ ਗਈ। ਆਈਆਂ ਮਾਰੇ ਫਿਰ ਸਮਝਾਉਂਦੇ ਵੀ ਇੱਕ ਤਾਂ ਹੈ ਸਾਡਾ ਮਨ ਪਰਵਾਨ ਹੋ ਜਾਂਦਾ ਹੈ, ਅਤੇ ਗੁਰਮੁਖਾਂ ਦਾ ਜਿਹੜਾ ਤਨ ਹੈ ਉਹ ਤਨ ਵੀ ਪਰਵਾਨ ਹੋ ਜਾਂਦਾ, ਜਿਨ੍ਹਾਂ ਨੇ ਸਤਿਗੁਰੂ ਨਾਲ ਚਿੱਤ ਲਾ ਲਿਆ। ਮਹਾਰਾਜ ਕਹਿੰਦੇ ਕਹੇ ਨਾਨਕ ਇਹੋ ਸਰੀਰ ਪਰਵਾਨ ਹੋਆ, ਜਿਨ ਸਤਿਗੁਰ ਸਿਉ ਚਿੱਤ ਲਾਇਆ। ਜਿਨ੍ਹਾਂ ਨੇ ਸਤਿਗੁਰ ਨਾਲ ਚਿੱਤ ਜੋੜ ਲਿਆ, ਉਹਨਾਂ ਦਾ ਮਨ ਵੀ ਪਰਵਾਨ, ਉਹਨਾਂ ਦਾ ਤਨ ਵੀ ਪਰਵਾਨ ਹੋ ਗਈ। ਉਹ ਜਿਉਂਦੇ ਜੀ ਪਰਵਾਨ ਹੋ ਗਏ, ਉਹ ਜਿਉਂਦੇ ਜੀ ਅਮਰ ਹੋ ਗਏ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜਦੋਂ ਸਾਡੀ ਇਹ ਅਵਸਥਾ ਬਣ ਜਾਂਦੀ ਹੈ, ਅਸੀਂ ਇਹਨਾਂ ਨੇਤਰਾਂ ਦੁਆਰਾ ਮਾਲਕ ਨੂੰ ਦੇਖਦੇ ਹਾਂ, ਕੰਨਾਂ ਦੁਆਰਾ ਮਾਲਕ ਦੀ ਆਵਾਜ਼ ਨੂੰ ਸੁਣਦੇ ਹਾਂ, ਅੰਤਰਗਤ ਅਸੀਂ ਉਹ ਸ਼ਬਦ ਦੀ ਅਰਾਧਨਾ ਕਰਦੇ ਹਾਂ, ਮੁੱਖ ਦੁਆਰਾ ਆਪਾਂ ਮਾਲਕ ਦੇ ਗੁਣ ਗਾਉਂਦੇ ਹਾਂ, ਅਤੇ ਆਪਾਂ ਨੂੰ ਜਿਉਂਦੇ ਜੀ ਦਰਗਾਹ ਦੇ ਵਿੱਚ ਥਾਂ ਹੈ। ਆਪਾਂ ਨੂੰ ਫਿਰ ਕਿਸੇ ਦੀ ਸਿਫਾਰਿਸ਼ ਦੀ ਲੋੜ ਨਹੀਂ ਹੈ, ਸਾਨੂੰ ਜਿਉਂਦੇ ਜੀ ਦਰਗਾਹ ਦੇ ਵਿੱਚ ਥਾਂ ਮਿਲ ਜਾਂਦੀ। ਮਾਰੇ ਸੱਚੇ ਪਾਤਸ਼ਾਹ ਕਹਿੰਦੇ ਅੰਤਰ ਗੁਰ ਅਰਾਧਨਾ, ਜੇਬਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੀਤੀ ਰਤਿਆਂ ਦਰਗੇ ਪਾਈਏ ਠਾਉ। ਬਈ ਫਿਰ ਸਾਨੂੰ ਦਰਗਾਹ ਦੇ ਵਿੱਚ ਥਾਂ ਹੈ ਜਦੋਂ ਸਾਡੇ ਮਨ ਦੀ ਇਹ ਅਵਸਥਾ ਬਣ ਗਈ। ਬਸ ਸਾਹਮਣੇ ਮਾਲਕ ਨੂੰ ਦੇਖਣਾ ਸ਼ੁਰੂ ਕਰ ਦਿੱਤਾ, ਮਾਲਕ ਦੀ ਆਵਾਜ਼ ਨੂੰ ਸੁਣਨਾ ਸ਼ੁਰੂ ਕਰ ਦਿੱਤਾ, ਮਾਲਕ ਦੇ ਗੁਣ ਗਾਉਣੇ ਸ਼ੁਰੂ ਕਰ ਦਿੱਤੇ। ਆਪਾਂ ਜਿਉਂਦੇ ਜੀ ਪਰਵਾਨ ਹੋ ਗਏ, ਜਿਉਂਦੇ ਜੀ ਆਪਾਂ ਨੂੰ ਦਰਗਾਹ ਦੇ ਵਿੱਚ ਥਾਂ ਮਿਲ ਗਈ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਅਸੀਂ ਜਿਉਂਦੇ ਜੀ ਪਰਵਾਨ ਹੋਣਾ, ਆਪਾਂ ਜਿਉਂਦੇ ਜੀ ਮੁਕਤ ਹੋਣਾ, ਜਿਉਂਦੇ ਜੀ ਆਪਾਂ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜਨਾ।
ਜੇ ਹੁਣ ਅਸੀਂ ਜਿਉਂਦੇ ਜੀ ਨਹੀਂ ਜੁੜੇ ਤੇ ਜੇ ਸਾਡਾ ਸਮਾਂ ਖਤਮ ਹੋ ਗਿਆ ਫਿਰ ਤਾਂ ਸਾਡੀ ਵਾਰੀ ਲੰਘ ਗਈ, ਫਿਰ ਤਾਂ ਮੌਕਾ ਲੰਘ ਗਿਆ। ਕਿਉਂਕਿ ਇਹ ਵਾਰੀ ਸਾਨੂੰ ਉਨਾ ਸਮਾਂ ਹੀ ਹੈ ਜਿੰਨਾ ਸਮਾਂ ਇਹ ਆਪਣੇ ਸਵਾਸ ਚੱਲ ਰਹੇ। ਸਵਾਸਾਂ ਦਾ ਧਨ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਆਪਾਂ ਆਪਦੇ ਘਰ ਦੇ ਵਿੱਚ ਵਾਸਾ ਕਰਨਾ ਹੁੰਦਾ। ਜੇ ਤਾਂ ਆਪਾਂ ਵਾਸਾ ਕਰ ਲਿਆ ਆਪਾਂ ਜਿਉਂਦੇ ਜੀ ਮੁਕਤ ਹੋ ਗਏ। ਜੇ ਅਸੀਂ ਉੱਥੇ ਵਾਸਾ ਨਾ ਕੀਤਾ, ਅਸੀਂ ਨਾ ਭੇਤ ਲਿਆ, ਉੱਧਰੋਂ ਸਾਡਾ ਦਿੱਤਾ ਹੋਇਆ ਸਮਾਂ ਖਤਮ ਹੋ ਗਿਆ ਅਤੇ ਸਾਨੂੰ ਵਾਪਸ ਫਿਰ ਭੇਜ ਦੇਣਗੇ, ਸਾਨੂੰ ਫਿਰ ਆਉਣਾ ਪੈਣਾ ਦੁਬਾਰਾ। ਤਾਂ ਫਿਰ ਆਪਾਂ ਨੂੰ ਸਮਝਾਉਂਦੇ ਵੀ ਜਿਉਂਦੇ ਜੀ ਮੁਕਤ ਹੋਵੋ, ਜਿਉਂਦੇ ਜੀ ਅਮਰ ਹੋਵੋ, ਜਿਉਂਦੇ ਜੀ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜੋ। ਜਿਉਂਦੇ ਜੀ ਮਨ ਹੈ ਜਿਹੜਾ, ਇਹ ਮਨ ਦੀ ਭੁੱਖ ਖਤਮ ਹੋਵੇ, ਮਨ ਦੀ ਭੁੱਖ ਮਿਟੇ ਅਤੇ ਇਹ ਮਨ ਦੀ ਸਾਡੇ ਦੀ ਤ੍ਰਿਪਤੀ ਹੋ ਜੀ। ਹੁਣ ਜਿਨ੍ਹਾਂ ਨੇ ਆਪਣਾ ਆਧਾਰ ਨਾਮ ਨੂੰ ਬਣਾ ਲਿਆ ਅਤੇ ਉਹਨਾਂ ਦੇ ਮਨ ਦੀ ਜਿਹੜੀ ਭੁੱਖ ਖਤਮ ਹੋ ਜਾਂਦੀ, ਉਹਨਾਂ ਦੀ ਤ੍ਰਿਪਤੀ ਹੋ ਜਾਂਦੀ। ਮਹਾਰਾਜ ਕਹਿੰਦੇ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਬਈ ਜਿਨ੍ਹਾਂ ਨੇ ਤਾਂ ਨਾਮ ਨੂੰ ਆਪਣਾ ਆਧਾਰ ਬਣਾਇਆ ਉਹਨਾਂ ਦੀ ਭੁੱਖ ਖਤਮ ਹੋ ਗਈ, ਉਹਨਾਂ ਦੀ ਤ੍ਰਿਸ਼ਨਾ ਖਤਮ ਹੋ ਗਈ। ਅਤੇ ਜਿਨ੍ਹਾਂ ਨੇ ਆਪਣਾ ਆਧਾਰ ਸੰਸਾਰ ਦੇ ਵਿੱਚ ਮਾਇਆ ਨੂੰ ਬਣਾਈ ਰੱਖੀ, ਉਹਨਾਂ ਦੀ ਭੁੱਖ ਕਦੇ ਮਿਟਦੀ ਨਹੀਂ ਹੈ, ਉਹਨਾਂ ਦੀ ਤ੍ਰਿਸ਼ਨਾ ਕਦੇ ਖਤਮ ਨਹੀਂ ਹੁੰਦੀ ਹੈ। ਕਿਉਂਕਿ ਉਹਨਾਂ ਨੇ ਆਪਣਾ ਆਧਾਰ ਬਣਾਇਆ ਇਸ ਸੰਸਾਰ ਨੂੰ, ਇਸ ਮਾਇਆ ਨੂੰ। ਜੇ ਅਸੀਂ ਮਾਇਆ ਨੂੰ ਹੀ ਆਪਣਾ ਆਧਾਰ ਬਣਾਈ ਰੱਖੀਏ ਅਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਵੀ ਸਾਡੀ ਇਹ ਤ੍ਰਿਸ਼ਨਾ, ਸਾਡੀ ਇਹ ਭੁੱਖ ਖਤਮ ਹੋਣੀ ਨਹੀਂ। ਕਿਉਂਕਿ ਇਹਦੇ ਵਿੱਚ ਸਾਡੇ ਮਨ ਵਾਸਤੇ ਕੋਈ ਸੁੱਖ ਸਹੂਲਤ ਨਹੀਂ ਹੈ। ਇਹਦਾ ਸਿਰਫ ਅਸੀਂ ਸੰਸਾਰ ਦੇ ਵਿੱਚ ਇਹ ਧਨ ਵਾਸਤੇ ਇਕੱਠਾ ਕਰ ਸਕਦੇ ਹਾਂ। ਸੰਸਾਰ ਦੀ ਜਿਹੜੀ ਦੌੜ ਹੈ ਇਹ ਸਿਰਫ ਇਸ ਤਨ ਤੱਕ ਹੈ, ਮਾਇਆ ਤੱਕ। ਸੰਸਾਰ 'ਚ ਇਕੱਠਾ ਕਰ ਲਓ, ਧਨ ਇਕੱਠਾ ਕਰ ਲਓ, ਇਹ ਸਰੀਰ ਵਾਸਤੇ। ਅਤੇ ਜਿੰਨਾ ਸਮਾਂ ਸਾਨੂੰ ਸਵਾਸ ਆ ਰਹੇ ਉਹਨਾਂ ਸਮਾਂ ਹੀ ਅਸੀਂ ਵਰਤ ਸਕਦੇ ਹਾਂ, ਮੁੜ ਕੇ ਇੱਥੇ ਪਏ ਦਾ ਪਿਆ ਹੀ ਰਹਿ ਜਾਣਾ, ਨਾਲ ਨਹੀਂ ਲਿਜਾ ਸਕਦੇ। ਸੰਸਾਰ ਦੇ ਹੋਰ ਸੁੱਖ ਸਹੂਲਤਾਂ ਇਕੱਠੀਆਂ ਕਰ ਲਓ, ਤਨ ਵਾਸਤੇ ਹੀ ਨੇ, ਮਨ ਵਾਸਤੇ ਨਹੀਂ ਵੀ ਇੱਥੋਂ ਅਸੀਂ ਕੁਛ ਨਾਲ ਲੈ ਕੇ ਜਾ ਸਕੀਏ। ਇਸ ਵਾਸਤੇ ਫਿਰ ਮਹਾਰਾਜ ਸਮਝਾਉਂਦੇ ਵੀ ਜੇ ਤੁਸੀਂ ਆਪਣੇ ਵਾਸਤੇ ਕਰੋ ਅਤੇ ਫਿਰ ਸਾਡੇ ਮਨ ਦੀ ਤ੍ਰਿਪਤੀ ਵੀ ਹੋ ਜਾਵੇ। ਹੁਣ ਸਾਡੀ ਦੌੜੀ ਦੂਜੇ ਵਾਸਤੇ, ਦੂਜਾ ਕੀ ਹੈ? ਇਹ ਸਰੀਰ, ਇਹ ਸਰੀਰ ਨੂੰ ਮਾਇਆ ਕਹਿੰਦੇ, ਇਹਨੂੰ ਦੂਜਾ ਕਹਿੰਦੇ। ਇਹੋ ਸਰੀਰ ਸਭ ਮੂਲ ਹੈ ਮਾਇਆ, ਦੂਜੇ ਭਾਈ ਭਰਮ ਭੁਲਾਇਆ। ਅਸੀਂ ਭਰਮ 'ਚ ਪੈ ਗਏ, ਭਰਮ ਦੇ ਵਿੱਚ ਪਏ ਹੋਏ ਅਸੀਂ ਇਹ ਸਰੀਰ ਨੂੰ ਹੀ ਸਾਰਾ ਕੁਝ ਸਮਝ ਲਿਆ ਅਤੇ ਸਾਡੀ ਦੌੜ ਸਾਰੀ ਇਹ ਸਰੀਰ ਤੱਕ ਹੀ। ਅਤੇ ਆਪਾਂ ਨੂੰ ਮਹਾਰਾਜ ਸਮਝਾਉਂਦੇ ਵੀ ਇਹ ਤਾਂ ਘਰ ਹੈ, ਤੁਸੀਂ ਇਹਨੂੰ ਹੀ ਸਾਰਾ ਕੁਝ ਸਮਝ ਲਿਆ। ਤੁਸੀਂ ਆਪਣੇ ਵਾਸਤੇ ਤਾਂ ਕਰੋ, ਜਿਹੜੀ ਇਹ ਭੱਜ ਦੌੜ ਤੁਸੀਂ ਆਪਣੇ ਵਾਸਤੇ ਜੇ ਕਰੋ ਅਤੇ ਤੁਹਾਨੂੰ ਸੋਝੀ ਆ ਜੇ, ਤੁਹਾਨੂੰ ਭੇਤ ਆ ਜੇ, ਆਪਣੇ ਆਪੇ ਦਾ। ਪਰ ਹੁਣ ਸੰਸਾਰ ਦੇ ਵਿੱਚ ਦੇਖੋ ਵੀ ਜਿਉਂ ਜੀਵ ਸੁਰਤ ਸੰਭਾਲਦਾ ਉਹਦੀ ਸਾਰੀ ਦੌੜ ਹੀ ਸਰੀਰ ਵਾਸਤੇ। ਕਿਵੇਂ ਮੈਂ ਇਸ ਸਰੀਰ ਵਾਸਤੇ ਵੱਧ ਤੋਂ ਵੱਧ ਧਨ ਇਕੱਠਾ ਕਰ ਲਾਂ, ਕਿਵੇਂ ਘਰ-ਬਾਰ ਬਣਾ ਲਾਂ, ਕਿਵੇਂ ਇਹਨੂੰ ਵਧੀਆ ਪਹਿਨਾ ਲਾਂ ਕੱਪੜੇ, ਕਿਵੇਂ ਇਹਨੂੰ ਵਧੀਆ ਖਵਾ ਲਾਂ, ਇਹਦੀ ਕਿਵੇਂ ਦੇਖਭਾਲ ਕਰਾਂ, ਸਾਰਾ ਕੁਛ ਇਹਦੇ ਵਾਸਤੇ, ਆਪਦੇ ਵਾਸਤੇ ਨਹੀਂ।
ਹੁਣ ਜਦੋਂ ਫਿਰ ਆਪਾਂ ਸਤ ਸੰਗਤ 'ਚ ਆਉਂਦੇ ਹਾਂ, ਗੁਰੂ ਦੀ ਸ਼ਰਨ ਦੇ ਵਿੱਚ ਆਉਂਦੇ ਹਾਂ, ਫਿਰ ਸਾਨੂੰ ਆਪਦੇ ਵਾਸਤੇ ਕਰਨਾ ਸਿਖਾਉਂਦੀ ਵੀ ਆਪਦੇ ਵਾਸਤੇ ਵੀ ਕਰੋ। ਇਹ ਤਾਂ ਤੁਸੀਂ ਦੂਜੇ ਵਾਸਤੇ ਹੀ ਕਰੀ ਜਾਂਦੇ। ਔਰ ਆਪਣੇ ਵਾਸਤੇ ਕੀ ਹੈ, ਇਹ ਤਨ ਦਾ ਸਾਰਾ ਹੀ ਵੱਖਰਾ ਹੈ। ਸਰੀਰ ਨੂੰ ਗੁਰੂ ਨਾਨਕ ਦੇ ਘਰ ਨੇ ਪਾਸੇ ਕਰਤਾ ਵੀ ਇਹਦੀ ਤਾਂ ਤੁਸੀਂ ਗੱਲ ਹੀ ਨਾ ਕਰੋ, ਇਹਨੂੰ ਪਾਸੇ ਕਰੋ। ਜੇ ਅਸੀਂ ਆਖੀਏ ਵੀ ਇਹ ਸਰੀਰ ਦਾ ਇਸ਼ਨਾਨ, ਇਹ ਇਸ਼ਨਾਨ ਵੱਖਰਾ, ਸਰੀਰ ਦੇ ਸੁਚ ਸੰਜਮ ਵੱਖਰੇ, ਸਰੀਰ ਦਾ ਪਹਿਨਣਾ ਵੱਖਰਾ, ਸਰੀਰ ਦਾ ਖਾਣਾ ਵੱਖਰਾ, ਸਰੀਰ ਦੇ ਰੋਗ ਵੱਖਰੇ, ਸਰੀਰ ਦੀਆਂ ਦਵਾਈਆਂ ਵੱਖਰੀਆਂ, ਇਹ ਸਾਰਾ ਵੱਖਰਾ ਹੈ। ਸਰੀਰ ਦੀ ਕੋਈ ਗੱਲ ਨਹੀਂ ਹੈ। ਗੁਰਬਾਣੀ ਗੁਰੂ ਜੀ ਸਰੀਰ ਨੂੰ ਪਾਸੇ ਕਰਦਾ। ਇਹਨੂੰ ਘਰ ਕਹਿ ਕੇ, ਪਿੰਡ ਕਹਿ ਕੇ, ਦੇਸ਼, ਧਰਤੀ, ਖੇਤ ਕਹਿ ਕੇ ਗੁਰੂ ਨਾਨਕ ਦੇਵ ਜੀ ਨੇ ਪਾਸੇ ਕਰਤਾ ਵੀ ਇਹਦੀ ਕੋਈ ਗੱਲ ਨਹੀਂ, ਇਹਨੂੰ ਪਾਸੇ ਕਰੋ। ਹੁਣ ਜਦੋਂ ਸਰੀਰ ਪਾਸੇ ਹੋ ਗਿਆ ਤੇ ਗੱਲ ਕਿਹਦੀ ਹੋ ਰਹੀ? ਮਨ ਦੀ, ਜਿਹੜਾ ਇਹਦੇ ਵਿੱਚ ਆ ਕੇ ਵੱਸਦਾ। ਹੁਣ ਮਨ ਦਾ ਜਿਹੜਾ ਉਹ ਸਾਰਾ ਕੁਛ ਹੀ ਵੱਖਰਾ ਹੈ। ਮਨ ਦਾ ਨਹਾਉਣ ਧੋਣ ਵੱਖਰਾ, ਮਨ ਦਾ ਪਹਿਨਣਾ ਵੱਖਰਾ, ਮਨ ਵਾਸਤੇ ਜਿਹੜਾ ਤੀਰਥ ਸਥਾਨ ਵੱਖਰਾ, ਮਨ ਦਾ ਹਾਰ ਸ਼ਿੰਗਾਰ ਵੱਖਰਾ, ਮਨ ਦੇ ਰੋਗ ਵੱਖਰੇ, ਮਨ ਦਾ ਦਾਰੂ ਵੱਖਰਾ। ਕਿਉਂਕਿ ਇਹ ਸਾਰੀ ਕਹਾਣੀ ਜਿਹੜੀ ਇਹ ਮਨ ਦੀ ਚੱਲਦੀ ਹੈ ਆਪਣੇ 'ਚ। ਹੁਣ ਜੀਵਾਂ ਨੂੰ ਮਨ ਦਾ ਹੀ ਗਿਆਨ ਨਹੀਂ, ਮਨ ਦਾ ਹੀ ਭੇਦ ਨਹੀਂ। ਉੱਦਾਂ ਕਈ ਤਾਂ ਜਾਣਗੇ ਮੇਰਾ ਮਨ ਬੜਾ ਦੁਖੀ ਹੈ, ਮੇਰਾ ਮਨ ਨਹੀਂ ਲੱਗਦਾ। ਪਰ ਬਹੁਤੇ ਜੀਵ ਐਸੇ ਨੇ ਜਿਨ੍ਹਾਂ ਨੇ ਆਪਦਾ ਮਨ ਹੀ ਨਹੀਂ ਦੇਖਿਆ ਵੀ ਮਨ ਹੈ ਕੀ ਹੈ। ਉਹ ਮਨ ਦਾ ਸਰੂਪ ਹੀ ਭੁੱਲ ਚੁੱਕੇ। ਹੁਣ ਜਿਹਨੂੰ ਅਸੀਂ ਕਹਿੰਦੇ ਹਾਂ ਵੀ ਮੇਰਾ ਮਨ ਨਹੀਂ ਲੱਗਦਾ, ਗੁਰਬਾਣੀ ਪੜ੍ਹਦੇ ਮੇਰਾ ਮਨ ਨਹੀਂ ਟਿਕਦਾ, ਮੇਰਾ ਮਨ ਬੜਾ ਦੁਖੀ ਹੈ, ਮੇਰਾ ਮਨ ਬੜਾ ਸ਼ਾਂਤ ਹੈ। ਜੇ ਹੁਣ ਅਸੀਂ ਉਹਨੂੰ ਦੇਖਿਆ ਹੀ ਨਹੀਂ ਮਨ ਨੂੰ, ਤੇ ਫਿਰ ਉਹਦੇ ਰੋਗ ਕਿਵੇਂ ਠੀਕ ਕਰੀਏ? ਉਹ ਮਨ ਨੂੰ ਟਿਕਾਈਏ ਕਿਵੇਂ ਜਿਹਨੂੰ ਅਸੀਂ ਹਜੇ ਦੇਖਿਆ ਹੀ ਨਹੀਂ ਕਦੇ? ਆਪਣਾ ਆਪਾ ਹੀ ਭੁੱਲ ਗਏ ਹਾਂ। ਅਸੀਂ ਸਮਝ ਲਓ ਵੀ ਅਸੀਂ ਆਪਦੇ ਆਪ ਨੂੰ ਕਦੇ ਦੇਖਿਆ ਹੀ ਨਹੀਂ, ਵੀ ਸਾਨੂੰ ਆਪਣੇ ਆਪੇ ਦੀ ਪਹਿਚਾਣ ਹੀ ਨਹੀਂ ਵੀ ਅਸੀਂ ਹੈ ਕੌਣ। ਅਸੀਂ ਜਦੋਂ ਦੇਖਦੇ ਹਾਂ ਚੰਮ ਨੂੰ ਹੀ ਦੇਖਦੇ ਹਾਂ, ਚਮੜੀ ਨੂੰ, ਜਿਹੜਾ ਕਿ ਨਾਸਵਾਨ ਹੈ, ਜਿਹੜਾ ਕਿ ਮਿਥਿਆ ਹੋਇਆ। ਇਹਦੇ ਅੰਦਰ ਕੌਣ ਵੱਸਦਾ? ਸਾਨੂੰ ਉਹਦਾ ਵੀ ਨਹੀਂ ਗਿਆਨ, ਉਹਦਾ ਵੀ ਨਹੀਂ ਭੇਤ ਹੈ ਵੀ ਇਹਦੇ ਅੰਦਰ ਕੌਣ ਵੱਸਦਾ, ਇਹਦੇ ਵਿੱਚ ਕੌਣ ਬੋਲਦਾ ਹੈ, ਕੌਣ ਦੇਖਦਾ ਹੈ, ਕੌਣ ਸੁਣਦਾ ਹੈ, ਇਹਦਾ ਵੀ ਨਹੀਂ ਭੇਤ ਰਿਹਾ। ਔਰ ਇਸ ਵਾਸਤੇ ਫਿਰ ਸਤਿਗੁਰੂ ਸਮਝਾਉਂਦੇ ਬਈ ਇਹ ਜਿਹੜੀ ਕਹਾਣੀ ਫਿਰ ਇਹ ਸਾਰੀ ਆਪਣੇ ਮਨ ਦੀ ਚੱਲਦੀ। ਜਦੋਂ ਮਨ ਦੀ ਕਹਾਣੀ ਚੱਲਦੀ, ਮਨ ਹੈ ਸੁੱਤਾ ਹੋਇਆ, ਅਤੇ ਸੁੱਤੇ ਹੋਏ ਮਨ ਨੂੰ ਫਿਰ ਪਹਿਲਾਂ ਜਗਾਉਂਦੇ ਵੀ ਜਿਹਦੀ ਕਹਾਣੀ ਚੱਲਣੀ ਹੈ। ਜੇ ਉਹੀਓ ਸੁੱਤਾ ਰਿਹਾ ਤਾਂ ਉਹਨੂੰ ਸਮਝ ਨਹੀਂ ਲੱਗਣੀ। ਜਿਵੇਂ ਹੁਣ ਆਪਣੀ ਕਹਾਣੀ ਹੈ ਖੁਦ ਦੀ, ਅਤੇ ਆਪਾਂ ਆਪ ਹੀ ਸੁੱਤੇ ਹੋਏ ਹਾਂ, ਅਤੇ ਆਪਾਂ ਨੂੰ ਕੀ ਪਤਾ ਵੀ ਸਾਡੀ ਕਹਾਣੀ ਚੱਲਦੀ। ਜਿਹਦੀ ਕਹਾਣੀ ਚੱਲਣੀ ਜੇ ਉਹੀਓ ਸੁੱਤਾ ਹੈ, ਉਹਨੂੰ ਤਾਂ ਪਤਾ ਹੀ ਨਹੀਂ ਵੀ ਕੀ ਕਹਿ ਰਹੇ ਨੇ। ਤਾਈਆਂ ਹੁਣ ਸਾਨੂੰ ਫਿਰ ਸੱਚੇ ਪਾਤਸ਼ਾਹ ਸਮਝਾਉਂਦੇ ਵੀ ਪਹਿਲਾਂ ਇਹ ਸੁੱਤੇ ਹੋਏ ਮਨ ਨੂੰ ਜਗਾਵੋ, ਤਾਂ ਕਿ ਇਹਨੂੰ ਸਮਝ ਲੱਗੇ, ਇਹਨੂੰ ਪਤਾ ਲੱਗੇ ਵੀ ਮੈਨੂੰ ਸਮਝਾਇਆ ਜਾ ਰਿਹਾ, ਇਹ ਮੇਰੀ ਕਹਾਣੀ ਚੱਲਦੀ ਆਪਦੀ। ਹੁਣ ਮਨ ਹੈ ਜਿਹੜਾ ਇਹਨੇ ਸੁੱਤੇ ਹੋਏ ਨੇ ਜਾਗਣਾ ਸਿਮਰਨ ਕਰਕੇ, ਗੁਰੂ ਦੀ ਮੱਤ ਦੁਆਰਾ ਫੇਰ ਜਾਗਣਾ, ਨਹੀਂ ਤਾਂ ਇਹ ਸੁੱਤਾ ਹੀ ਰਹਿੰਦਾ। ਹੁਣ ਸੁੱਤਾ ਕਿਵੇਂ ਹੈ? ਇਹ ਭਰਮ ਦੇ ਵਿੱਚ, ਇਹ ਵਿਚਾਰਾਂ ਦੇ ਵਿੱਚ, ਇਹ ਮਾਇਆ ਦੇ ਵਿੱਚ ਸੁੱਤਾ ਹੈ। ਮਾਰੇ ਕਹਿੰਦੇ ਤੀਹੀਂ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਹੁਣ ਜਦੋਂ ਆਪਾਂ ਸਤਿਗੁਰਾਂ ਤੋਂ ਪੁੱਛਦੇ ਵੀ ਕਿੰਨੇ ਕੁ ਸੁੱਤੇ ਨੇ ਅਤੇ ਕਿੰਨੇ ਕੁ ਜਾਗਦੇ ਨੇ, ਮਹਾਰਾਜ ਕਹਿੰਦੇ ਸੁੱਤੇ ਤਾਂ ਅਸੰਖਾਂ ਦੀ ਗਿਣਤੀ 'ਚ, ਸਾਰੇ ਜੀਵ ਹੀ ਸੁੱਤੇ ਪਏ ਨੇ, ਸਾਰਾ ਜਗਤ ਹੀ ਸੁੱਤਾ ਪਿਆ। ਕਿੰਨੇ ਕੁ ਜਾਗਦੇ? ਕਹਿੰਦੇ ਕੋਈ ਵਿਰਲੇ ਵਿਰਲੇ ਕਰੋੜਾਂ 'ਚ ਜਿਹੜੇ ਕੋਈ ਗੁਰਮੁਖ ਵਿਰਲੇ ਜਾਗਦੇ, ਅਤੇ ਉਹ ਵੀ ਉਹ ਜਾਗਦੇ ਜਿਹੜੇ ਗੁਰੂ ਦੀ ਮੱਤ ਦੁਆਰਾ, ਰਸਨਾ ਦੁਆਰਾ ਮਾਲਕ ਦਾ ਸਿਮਰਨ ਕਰਦੇ, ਉਹਨਾਂ ਦਾ ਮਨ ਜਾਗ ਪੈਂਦਾ। ਬਾਕੀ ਤਾਂ ਸਾਰੇ ਸੁੱਤੇ ਪਏ ਨੇ ਭਰਮ ਦੇ ਵਿੱਚ। ਮਾਰੇ ਫਰਮਾਉਂਦੇ ਸੁੱਤੜੇ ਅਸੰਖ
ਮਾਇਆ ਝੂਠੀ ਕਾਰਨੇ, ਨਾਨਕ ਸੇ ਜਗਨ ਜੋ ਰਸਨਾ ਨਾਮ ਉਚਾਰਨੇ। ਮਹਾਰਾਜ ਕਹਿੰਦੇ ਅਸੰਖਾਂ ਦੀ ਗਿਣਤੀ ਦੇ ਵਿੱਚ ਜੀਵ ਸੁੱਤੇ ਪਏ ਨੇ, ਅਤੇ ਉਹ ਜਾਗਦੇ ਜਿਹੜੇ ਰਸਨਾ ਦੁਆਰਾ ਸਿਮਰਨ ਕਰਦੇ ਉਹਨਾਂ ਦਾ ਮਨ ਜਾਗ ਪੈਂਦਾ, ਅਤੇ ਜਿਹੜੇ ਮਨ ਜਾਗ ਪਏ ਫਿਰ ਉਹਨਾਂ ਨੂੰ ਸਮਝ ਲੱਗਦੀ ਵੀ ਸਾਨੂੰ ਗੁਰਬਾਣੀ ਗੁਰੂ ਕੀ ਕਹਿ ਰਹੇ ਨੇ। ਉਹਨਾਂ ਨੂੰ ਫਿਰ ਇਹ ਸਤ ਸੰਗਤ ਦੇ ਵਿੱਚ ਆ ਕੇ ਭੇਤ ਆਉਂਦਾ ਵੀ ਸਤ ਸੰਗਤ ਜੋ ਹੈ ਉਹ ਸਾਡੇ ਵਾਸਤੇ ਕਿੰਨੀ ਅਹਿਮੀਅਤ ਰੱਖਦੀ ਹੈ। ਕਿਉਂਕਿ ਗੁਰੂ ਸਾਹਿਬਾਨਾਂ ਨੇ ਬੇਨਤੀਆਂ ਕੀਤੀਆਂ ਵੀ ਸਾਡੇ 'ਤੇ ਮਾਲਕ ਨੂੰ ਕਹਿ ਰਹੀ ਵੀ ਕਿਰਪਾ ਕਰੋ, ਸਾਡੇ 'ਤੇ ਐਸੀ ਬਖਸ਼ਿਸ਼ ਕਰੋ, ਸਾਨੂੰ ਇਹ ਸਤ ਸੰਗਤ ਬਖਸ਼ੋ। ਮਹਾਰਾਜ ਕਹਿੰਦੇ ਕਹੋ ਨਾਨਕ ਪ੍ਰਭ ਬਖਸ਼ ਕਰੀਜੇ, ਕਰ ਕਿਰਪਾ ਮੋਹਿ ਸਾਧ ਸੰਗ ਦੀਜੇ, ਵੀ ਸਾਡੇ 'ਤੇ ਬਖਸ਼ਿਸ਼ ਕਰੋ, ਸਾਨੂੰ ਇਹ ਸਤ ਸੰਗਤ ਬਖਸ਼ੋ। ਕਿਉਂਕਿ ਸਤ ਸੰਗਤ ਦੇ ਵਿੱਚ ਆ ਕੇ ਸਾਡੇ ਮਨ ਨੇ ਜਾਗਣਾ, ਉੱਦਾਂ ਨਹੀਂ ਇਹਨੇ ਜਾਗਣਾ। ਜੇ ਅਸੀਂ ਆਖੀਏ ਵੀ ਸੰਸਾਰ ਦੇ ਵਿੱਚ ਅਸੀਂ ਜਾਗ ਪਾਂਗੇ, ਸੰਸਾਰ 'ਚ ਤਾਂ ਅਸੀਂ ਹੋਰ ਸੌਣਾ, ਕਿਉਂਕਿ ਸਾਨੂੰ ਇੱਥੇ ਸਵਾਉਣ ਵਾਲਿਆਂ ਨਹੀਂ ਮਿਲਣਾ, ਜਗਾਉਣ ਵਾਲੇ ਨੇ ਨਹੀਂ ਮਿਲਣਾ ਕਿਸੇ। ਇੱਥੇ ਸਾਨੂੰ ਕਿਸੇ ਨੇ ਨਹੀਂ ਕਹਿਣਾ ਤੁਸੀਂ ਸੰਸਾਰ ਦਾ ਜਿੰਨਾ ਮਰਜ਼ੀ ਕੰਮ ਕਰ ਲਓ, ਸਵੇਰ ਤੋਂ ਲੈ ਕੇ ਰਾਤ ਤੱਕ ਤੁਸੀਂ ਲੱਗੇ ਰਹੋ, ਤੁਹਾਨੂੰ ਕਿਸੇ ਨੇ ਨਹੀਂ ਕਹਿਣਾ ਵੀ ਸਿਮਰਨ ਕਰ, ਤੁਹਾਨੂੰ ਕਿਸੇ ਨੇ ਨਹੀਂ ਕਹਿਣਾ ਵੀ ਤੁਸੀਂ ਸਤ ਸੰਗਤ ਕਰੋ, ਤੁਸੀਂ ਜਾਗੋ। ਉਹਨਾਂ ਨੇ ਤਾਂ ਇਹੀ ਕਹਿਣਾ ਵੀ ਵੰਗਾਰ ਕਰਦੇ ਹੀ ਰਹੋ, ਵੱਧ ਤੋਂ ਵੱਧ ਇਹੀ ਕਰੋ ਸਾਡੀ। ਇਸ ਵਾਸਤੇ ਮਹਾਰਾਜ ਕਹਿੰਦੇ ਵੀ ਜਿਹੜੇ ਆਪ ਸੁੱਤੇ ਨੇ ਉਹਨਾਂ ਨੇ ਸਾਨੂੰ ਵੀ ਸੁਵਾਉਣਾ ਹੀ ਹੈ, ਕਿਉਂਕਿ ਉਹਨਾਂ ਨੂੰ ਆਪ ਨੂੰ ਵੀ ਨਹੀਂ ਭੇਤ ਹੈ, ਆਪ ਨੂੰ ਵੀ ਨਹੀਂ ਸੋਝੀ ਹੈ। ਇਸ ਵਾਸਤੇ ਫਿਰ ਜਦੋਂ ਅਸੀਂ ਸਤ ਸੰਗਤ 'ਚ ਆਉਂਦੇ ਹਾਂ ਫਿਰ ਸਾਨੂੰ ਸਤਿਗੁਰੂ ਜਗਾਉਂਦੇ, ਫਿਰ ਉਹ ਸਾਨੂੰ ਭੇਤ ਦਿੰਦੇ, ਅਤੇ ਉਹ ਵੀ ਭੇਤ ਫਿਰ ਸਾਨੂੰ ਉਹਨਾਂ ਗੁਰਮੁਖਾਂ ਦੇ ਮੁਖ ਰਾਹੀਂ ਦਿੰਦੇ ਜਿਹੜੇ ਆਪ ਜਾਗੇ, ਜਿਨ੍ਹਾਂ ਦਾ ਮਨ ਘਰ ਚਲਾ ਗਿਆ, ਸਹਿਜ ਦੇ ਵਿੱਚ ਚਲਾ ਗਿਆ, ਫਿਰ ਉਹਨਾਂ ਦੇ ਮੁਖ ਰਾਹੀਂ ਮਾਲਕ ਬੋਲਦੇ, ਉਹ ਜੋ ਸਾਨੂੰ ਸਮਝਾਉਣਾ ਚਾਹੁੰਦੇ, ਜੋ ਸਾਨੂੰ ਉਪਦੇਸ਼ ਦੇਣਾ ਚਾਹੁੰਦੇ ਸਾਡੇ ਮਨਾਂ ਨੂੰ, ਉਹ ਫਿਰ ਉਹਨਾਂ ਗੁਰਮੁਖਾਂ ਦੇ ਮੁਖ ਰਾਹੀਂ ਬੋਲਦੇ। ਕਦੋਂ ਬੋਲਦੇ? ਜਦੋਂ ਸਾਡਾ ਮਨ ਸੁੰਨ ਸਮਾਧੀ ਵਿੱਚ ਬੈਠ ਜਾਂਦਾ, ਜਦੋਂ ਇਹ ਆਪਣੇ ਘਰ ਬੈਠ ਜਾਂਦਾ। ਮਹਾਰਾਜ ਕਹਿੰਦੇ ਸੁੰਨ ਸਹਿਜ ਮੇ ਰਿਹਾ ਸਮਾਈ, ਮਨ ਮਾਧੇ ਜਾਣੇ ਜੇ ਕੋਈ, ਜੋ ਬੋਲੇ ਸੋ ਆਪੇ ਹੋਏ। ਬਈ ਜਦੋਂ ਮਨ ਘਰ ਬੈਠ ਗਿਆ, ਗੁਰਮੁਖ ਘਰ ਚਲੇ ਗਏ। ਮਹਾਰਾਜ ਕਹਿ ਰਹੇ ਸੀ ਥਿਰ ਘਰ ਬੈਸੋ ਹਰਿ ਜਨ ਪਿਆਰੇ, ਉਹ ਹਰੀ ਦੇ ਜਨ ਬਣ ਗਏ, ਉਹ ਥਿਰ ਘਰ ਬੈਠ ਗਏ। ਜਦੋਂ ਥਿਰ ਘਰ ਬੈਠ ਜਾਂਦੇ, ਇਹਦੇ ਸਰੀਰ ਦੀ ਵਰਤੋਂ ਜਿਹੜੀ ਉਹ ਮਾਲਕ ਆਪ ਕਰਦਾ, ਗੁਰਮੁਖਾਂ ਦੇ ਨੇਤਰਾਂ ਰਾਹੀਂ ਮਾਲਕ ਆਪ ਦੇਖਦਾ, ਉਹਨਾਂ ਦੇ ਮੁਖ ਰਾਹੀਂ ਆਪ ਬੋਲਦਾ, ਜੋ ਸਾਨੂੰ ਸਮਝਾਉਣਾ ਚਾਹੁੰਦਾ ਉਹਨਾਂ ਦੇ ਮੁਖ ਰਾਹੀਂ ਬੋਲਦਾ। ਫਿਰ ਇਸ ਲਈ ਫਿਰ ਆਪਾਂ ਨੂੰ ਸਮਝਾਉਂਦੇ ਵੀ ਪਰਮਾਤਮਾ ਜੋ ਉਹ ਕਿੱਥੇ ਵੱਸਦਾ, ਉਹ ਸਾਧੂ ਜਨਾਂ ਦੀ ਰਸਨਾ 'ਤੇ ਬੋਲਦਾ, ਉੱਥੇ ਵੱਸਦਾ। ਰੱਬ ਜੀ ਵਸੇ ਸਾਧ ਕੀ ਰਸਨਾ, ਵੀ ਸਾਧੂ ਜਨਾਂ ਦੀ ਰਸਨਾ 'ਤੇ ਉਹ ਵੱਸ ਕੇ ਫਿਰ ਉਹ ਆਪ ਬੋਲਦਾ, ਉਹ ਸਾਨੂੰ ਸਮਝਾਉਂਦਾ ਫਿਰ ਇਹ ਸਾਰਾ ਖੇਲ। ਕਿਉਂਕਿ ਅਸੀਂ ਤਾਂ ਸੁੱਤੇ ਹੋਏ ਹਾਂ, ਸਾਨੂੰ ਕੀ ਪਤਾ ਵੀ ਕਿਵੇਂ ਚੱਲਦਾ ਖੇਲ। ਹੁਣ ਮਾਲਕ ਹੀ ਸਾਨੂੰ ਇਹ ਸਮਝਾਉਂਦਾ ਫਿਰ ਸਾਰਾ ਵੀ ਅਸੀਂ ਕਿਵੇਂ ਸੁੱਤੇ ਹਾਂ ਅਤੇ ਕਿਵੇਂ ਅਸੀਂ ਸੁੱਤਿਆਂ ਨੇ ਜਾਗਣਾ। ਉਹ ਫਿਰ ਸਾਨੂੰ ਇਹ ਸਾਰਾ ਭੇਦ ਦਿੰਦੇ, ਸਾਰਾ ਸਮਝਾਉਂਦੇ। ਇਸ ਵਾਸਤੇ ਫਿਰ ਜਦੋਂ ਆਪਾਂ ਸਤ ਸੰਗਤ ਦੇ ਵਿੱਚ ਆਉਂਦੇ ਹਾਂ, ਫਿਰ ਸਾਡੇ ਮਨ ਤੋਂ ਮੈਲ ਉਤਰਦੀ, ਫਿਰ ਸਾਡੇ ਮਨ ਨੂੰ ਸਮਝ ਲੱਗਣੀ ਸ਼ੁਰੂ ਹੁੰਦੀ ਹੈ। ਕਿਉਂਕਿ ਜਿਹੜੀ ਮੈਲ ਹੈ ਇਹਨੇ ਵਿਚਾਰ ਜਿੱਥੇ ਸੁੱਤਾ ਹੋਇਆ, ਇਹ ਵਿਚਾਰਾਂ 'ਚ ਸੁੱਤਾ, ਭਰਮ ਦੇ ਵਿੱਚ, ਦੁਰਮਤ ਦੇ ਵਿੱਚ ਸੁੱਤਾ ਹੋਇਆ। ਹੁਣ ਜਿਉਂ-ਜਿਉਂ ਆਪਾਂ ਫਿਰ ਇਹ ਸਤ ਸੰਗਤ ਕਰਾਂਗੇ, ਸਤਿਗੁਰਾਂ ਦੇ ਬਚਨ ਨੇ ਜਿਹੜੇ, ਇਹ ਬਚਨ ਸਾਡੇ ਮਨ ਤੋਂ ਮੈਲ ਲਾ ਦਿੰਦੇ। ਕਿਉਂਕਿ ਜਿਹੜੇ ਬਚਨ ਹੁੰਦੇ ਉਹ ਅੰਮ੍ਰਿਤਮਈ ਬਚਨ ਹੁੰਦੇ, ਉਹਨਾਂ ਬਚਨਾਂ ਦੀ ਧੂੜੀ ਜਦੋਂ ਸਾਡੇ ਮਨ ਦੇ ਉੱਤੇ ਪੈਂਦੀ, ਸਾਡੇ ਮਨ ਦੀ ਮੈਲ ਉਤਰਦੀ। ਤਾਈਆਂ ਮਾਰੇ ਕਹਿੰਦੇ ਵੀ ਸਤ ਸੰਗਤ ਦੇ ਵਿੱਚ
ਸਾਨੂੰ ਉਹਨਾਂ ਸਾਧੂਆਂ ਦੀ ਧੂੜੀ ਮਿਲ ਜੇ ਜਿਹਦੇ ਨਾਲ ਸਾਡੇ ਮਨ ਦਾ ਮੱਜਨ ਹੋਣਾ, ਇਹਦਾ ਇਸ਼ਨਾਨ ਹੋਣਾ। ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਵੀ ਧੂੜੀ ਕੀ ਹੈ? ਉਹਨਾਂ ਦੇ ਵਚਨ। ਉਹ ਵਚਨਾਂ ਦੀ ਧੂੜੀ ਸਾਡੇ ਮਨ ਦੇ ਉੱਤੇ ਪੈਂਦੀ, ਸਾਡੇ ਹਿਰਦੇ 'ਤੇ ਪੈਂਦੀ, ਅਤੇ ਉਹਦੇ ਨਾਲ ਸਾਡਾ ਹਿਰਦਾ ਸ਼ੁੱਧ ਹੁੰਦਾ, ਸਾਡਾ ਮਨ ਧੋਤਾ ਜਾਂਦਾ। ਜਦੋਂ ਸਾਡਾ ਮਨ ਧੋਤਾ ਜਾਏਗਾ, ਇਹਦਾ ਇਸ਼ਨਾਨ ਹੋਏਗਾ, ਅਤੇ ਫਿਰ ਇਹਦੀਆਂ ਅੱਖਾਂ ਖੁੱਲ੍ਹਣੀਆਂ, ਅਤੇ ਫਿਰ ਇਹਨੂੰ ਸੁਰਤ ਆਉਣੀ। ਫਿਰ ਇਹਨੂੰ ਜਦੋਂ ਸੁਰਤ ਆਏਗੀ, ਹੁਣ ਤਾਂ ਇਹ ਬੇਹੋਸ਼ ਹੋਇਆ ਹੋਇਆ, ਫਿਰ ਜਦੋਂ ਇਹਨੂੰ ਸੁਰਤ ਆਏਗੀ, ਫਿਰ ਇਹਨੂੰ ਸਮਝ ਲੱਗਣੀ ਵੀ ਇਹ ਤਾਂ ਸਾਰੀ ਕਹਾਣੀ ਮੇਰੀ ਚੱਲਦੀ, ਮੈਨੂੰ ਸਮਝਾਇਆ ਜਾ ਰਿਹਾ ਵੀ ਕਿਸੇ ਹੋਰ ਨੂੰ ਨਹੀਂ, ਇਹ ਸਾਰਾ ਉਪਦੇਸ਼ ਮੈਨੂੰ ਖੁਦ ਨੂੰ ਹੀ ਦਿੱਤਾ ਜਾ ਰਿਹਾ, ਮੇਰੇ ਮਨ ਨੂੰ ਦਿੱਤਾ ਜਾ ਰਿਹਾ। ਇਸ ਲਈ ਫਿਰ ਆਪਾਂ ਨੂੰ ਸਮਝਾਉਂਦੇ ਵੀ ਸੁੱਤੇ ਹੋਏ ਮਨ ਨੂੰ ਜਗਾਉਣ ਵਾਸਤੇ ਇਹ ਸਿਮਰਨ ਅਭਿਆਸ ਹੈ। ਕਿਵੇਂ ਸਾਡੇ ਮਨ ਨੇ ਜਾਗਣਾ? ਮਾਰੇ ਫਰਮਾਉਂਦੇ ਸਿਮਰ 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 ਗੁਰ ਆਪਣਾ ਸੋਇਆ ਮਨ ਜਗਾਈ। ਆਓ ਹੁਣ ਕਿਵੇਂ ਅਸੀਂ ਇਹ ਸੁੱਤੇ ਹੋਏ ਮਨ ਨੂੰ ਜਗਾਉਣਾ? ਉਹਦੇ ਵਾਸਤੇ ਜੋ ਸਤਿਗੁਰੂ ਆਪਾਂ ਨੂੰ ਸਾਸਗੇ ਰਸਤੇ ਮਨ ਦੱਸਦੇ ਨੇ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰੇ ਜਦੋਂ ਆਪਾਂ ਲਗਾਤਾਰ ਇਹ ਅਭਿਆਸ ਕਰਾਂਗੇ, ਫਿਰ ਆਪਣੇ ਸੁੱਤੇ ਹੋਏ ਮਨ ਨੇ ਜਾਗਣਾ। ਜਦੋਂ ਮਨ ਜਾਗੇਗਾ, ਫਿਰ ਇਹਨੂੰ ਸਮਝ ਲੱਗਣੀ ਵੀ ਗੁਰਬਾਣੀ ਗੁਰੂ ਮੈਨੂੰ ਕੀ ਕਹਿ ਰਹੇ ਨੇ, ਕੀ ਮੈਨੂੰ ਸਮਝਾਉਣਾ ਚਾਹੁੰਦੇ ਨੇ। ਜਦ ਤੱਕ ਮਨ ਸੁੱਤਾ ਭਰਮ ਦੇ ਵਿੱਚ, ਉਹਨਾਂ ਸਮਾਂ ਇਹਨੂੰ ਗੁਰਬਾਣੀ ਗੁਰੂ ਦੀ ਵੀ ਨਹੀਂ ਸਮਝ ਆਉਂਦੀ ਵੀ ਮੈਨੂੰ ਕੀ ਕਹਿ ਰਹੇ ਨੇ, ਕੀ ਉਪਦੇਸ਼ ਬਖਸ਼ਿਸ਼ ਕਰ ਰਹੇ। ਇਸ ਵਾਸਤੇ ਹੁਣ ਆਪਾਂ ਇਹ ਵੱਧ ਤੋਂ ਵੱਧ ਸਿਮਰਨ ਕਰਨਾ, ਇਹ ਸਭ ਤੋਂ ਉੱਤਮ ਕਰਮ। ਜਿਹਨੇ ਸਿਮਰਨ ਕਰ ਲਿਆ, ਜਿਹੜਾ ਇਹ ਸਿਮਰਨ ਕਰਦਾ, ਉਹ ਸਭ ਤੋਂ ਉੱਤਮ ਕੰਮ ਕਰ ਰਿਹਾ। ਤਾਈਆਂ ਮਾਰੇ ਸਮਝਾਉਂਦੇ ਪ੍ਰਭ ਕਾ ਸਿਮਰਨ ਸਭ ਤੋਂ ਉੱਚਾ, ਸਭ ਤੋਂ ਉੱਚਾ, ਸਭ ਤੋਂ ਸ੍ਰੇਸ਼ਟ, ਸਭ ਤੋਂ ਉੱਤਮ ਕਰਮ। ਇਸ ਕਰਕੇ ਸਿਮਰਨ ਨੂੰ ਆਰਜੀ ਨਹੀਂ ਲੈਣਾ। ਇਹ ਨਹੀਂ ਸਮਝਣਾ ਵੀ ਉੱਦਾਂ ਹੀ ਕਰਦੇ ਹਾਂ, ਸ਼ਾਇਦ ਚਲੋ ਕੋਈ ਗੱਲ ਨਹੀਂ। ਇਹਨੂੰ ਇਸ ਤਰੀਕੇ ਨਾਲ ਸਮਝਣਾ ਆਪਾਂ ਵੀ
ਇਹ ਸਭ ਤੋਂ ਉੱਤਮ ਅਤੇ ਸਭ ਤੋਂ ਸ੍ਰੇਸ਼ਟ ਕੰਮ ਅਸੀਂ ਕਰ ਰਹੇ ਹਾਂ। ਜਿਵੇਂ ਕੋਈ ਵੀ ਜ਼ਰੂਰੀ ਕੰਮ ਹੁੰਦਾ ਨਾ, ਜੀਵ ਨੂੰ ਬੜਾ ਧਿਆਨ ਦੇ ਨਾਲ ਕਰਦਾ, ਅਤੇ ਜਿਹੜਾ ਜ਼ਰੂਰੀ ਨਹੀਂ ਉੱਧਰ ਧਿਆਨ ਨਹੀਂ ਦਿੰਦਾ ਵੀ ਕੋਈ ਗੱਲ ਨਹੀਂ, ਕਿਹੜਾ ਜ਼ਰੂਰੀ ਹੈ। ਹੁਣ ਇਹ ਸਭ ਤੋਂ ਜ਼ਰੂਰੀ ਹੈ, ਸਭ ਤੋਂ ਉੱਤਮ ਹੈ, ਅਤੇ ਇਸ ਕਰਕੇ ਫਿਰ ਆਪਾਂ ਨੂੰ ਕਹਿੰਦੇ ਵੀ ਇਹਨੂੰ ਧਿਆਨ ਦੇ ਨਾਲ ਕਰੋ ਸਿਮਰਨ। ਅਤੇ ਇਸ ਲਈ ਹੁਣ ਇਹ ਆਪਾਂ ਵੱਧ ਤੋਂ ਵੱਧ ਅਭਿਆਸ ਕਰਨਾ, ਬਹਿੰਦੇ ਉੱਠਦੇ ਕੰਮ ਕਾਰ ਕਰਦੇ, ਇਹ ਆਪਾਂ ਕੀਤੀ ਜਾਣ, ਕਿਉਂਕਿ ਸੰਸਾਰ ਦਾ ਕਰਮ ਹੈ ਜਿਹੜਾ ਉਹ ਤਾਂ ਆਪਾਂ ਹੱਥਾਂ ਪੈਰਾਂ ਨਾਲ ਕਰਦੇ। ਮੁੱਖ ਆਪਣਾ ਵਿਹਲਾ, ਮੁੱਖ ਦੁਬਾਰਾ ਸਿਮਰਨ ਕੀਤੀ ਜਾਣ ਨਾਲ ਨਾਲ, ਫਿਰ ਹੀ ਸਾਡਾ ਕੀਤਾ ਕੰਮ ਸਫਲ ਹੈ। ਜੇ ਅਸੀਂ ਸਿਮਰਨ ਨਹੀਂ ਕਰਦੇ, ਇਕੱਲਾ ਅਸੀਂ ਕੰਮ ਹੀ ਕੀਤੀ ਜਾਂਦੇ, ਉਹਨੂੰ ਵੰਗਾਰ ਕਹਿੰਦੇ। ਫਿਰ ਵੀ ਇਹ ਘਰ ਦਾ ਕੰਮ ਤਾਂ ਕਰਦੇ ਨਹੀਂ, ਇਹ ਵੰਗਾਰ ਹੀ ਕੀਤੀ ਜਾਂਦੇ ਦੂਜੇ ਦੀ। ਅਤੇ ਜਿੰਨੀ ਵੰਗਾਰ ਕਰਦੇ ਮਨਮੁਖ, ਉਨੀ ਹਉਮੈ ਵੀ ਕਰਦਾ, ਹੰਕਾਰ ਵੀ ਕਰਦਾ। ਬਈ ਦੇਖਿਆ ਮੈਂ ਕਿੰਨਾ ਸਿਆਣਾ, ਮੈਂ ਜ਼ਿਆਦਾ ਕਰਦਾ, ਅਤੇ ਦੂਸਰੇ ਨੂੰ ਕਹਿੰਦੇ ਮੂਰਖ, ਇਹ ਕਰਦਾ ਹੀ ਨਹੀਂ। ਅਤੇ ਮਹਾਰਾਜ ਕਹਿੰਦੇ ਵੀ ਤੁਸੀਂ ਵੰਗਾਰ ਕਰਦੇ ਹੋ ਅਤੇ ਲਾਲਚ ਵੀ ਕਰਦਾ, ਦਿਨੇ ਵੀ ਕਰਾਂ ਅਤੇ ਰਾਤ ਨੂੰ ਵੀ ਕਰਾਂ ਭਰਮ ਦੇ ਵਿੱਚ। ਅਤੇ ਇਹ ਨਹੀਂ ਪਤਾ ਵੀ ਮੈਂ ਵਾਧੂ ਦਾ ਭਾਰ ਹੀ ਚੁੱਕਿਆ ਆਪਦੇ ਸਿਰ ਦੇ ਉੱਤੇ। ਮਹਾਰਾਜ ਕਹਿੰਦੇ ਨਿਤ ਦਿਨਸ ਰਾਤ ਲਾਲਚ ਕਰੇ, ਭਰਮੇ ਭਰਮਾਇਆ ਵੰਗਾਰ ਫਿਰੇ ਵੰਗਾਰੀਆ, ਸਿਰ ਭਾਰ ਉਠਾਇਆ। ਵੀ ਸਾਰਾ ਦਿਨ ਵੰਗਾਰ ਕਰਦਾ ਅਤੇ ਸਿਰ ਦੇ ਉੱਤੇ ਦਾ ਵਾਧੂ ਦਾ ਹੋਰ ਭਾਰ ਲੱਦ ਲਿਆ, ਹੰਕਾਰ ਦਾ, ਹੋਰ ਹਉਮੈ। ਕਿਉਂਕਿ ਜਿੰਨਾ ਜ਼ਿਆਦਾ ਕਰਦਾ, ਜੇ ਸਿਮਰਨ ਨਹੀਂ ਕਰਦਾ, ਓਨਾ ਹੰਕਾਰੀ ਹੁੰਦਾ ਜਾਂਦਾ, ਉਹ ਹਉਮੈ ਹੋਰ ਵੱਧਦੀ ਜਾਂਦੀ ਨਾਲ ਨਾਲ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਵੀ ਕਰੋ ਸੰਸਾਰ ਦਾ, ਪਰ ਨਾਲ ਨਾਲ ਜਿਹੜਾ ਆਪਦਾ ਨਿੱਜੀ ਹੈ ਉਹ ਵੀ ਕਰੋ, ਉਹਨੂੰ ਨਾ ਛੱਡੋ। ਜੇ ਅਸੀਂ ਨਾਲ ਨਾਲ ਸਿਮਰਨ ਕਰਦੇ ਜਾਵਾਂਗੇ, ਇਹ ਸਾਡੇ ਮਨ ਵਾਸਤੇ ਹੈ ਅਤੇ ਉਹ ਤਨ ਵਾਸਤੇ। ਤਨ ਵਾਸਤੇ ਤਾਂ ਘੱਟ ਵੀ ਕਰ ਲਾਂਗੇ ਤਾਂ ਵੀ ਕੋਈ ਨਹੀਂ, ਕਿਉਂਕਿ ਇਹ ਤਨ ਨੂੰ ਕਿਹੜਾ ਅਸੀਂ ਨਾਲ ਲੈ ਜਾਣਾ, ਇਹ ਤਾਂ ਇੱਥੇ ਹੀ ਰਹਿ ਜਾਣਾ। ਮਨ ਵਾਸਤੇ ਜ਼ਰੂਰੀ ਹੈ ਜ਼ਿਆਦਾ, ਮਨ ਵਾਸਤੇ ਜਿੰਨਾ ਕਰਾਂਗੇ ਅੱਗੇ ਮਨ ਨੇ ਜਾਣਾ, ਅਤੇ ਮਨ ਦੇ ਨਾਲੋਂ ਨਾਮ ਧਨ ਨੇ ਜਾਣਾ। ਇਸ ਵਾਸਤੇ ਹੁਣ ਆਪਾਂ ਕੋਸ਼ਿਸ਼ ਕਰਨੀ, ਨਾਲ ਨਾਲ ਇਹ ਵੱਧ ਤੋਂ ਵੱਧ ਆਪਾਂ ਕਰਮ ਦੇ ਸਿਮਰਨ ਕਰਨਾ, ਬਹਿੰਦੇ ਉੱਠਦੇ ਕੰਮ ਕਾਰ ਕਰਦੇ। ਗੁਰਬਾਣੀ ਗੁਰੂ ਨੂੰ ਜਦੋਂ ਪੜ੍ਹਦੇ ਹਾਂ, ਵਿਚਾਰ ਕੇ ਪੜ੍ਹਨਾ, ਕਾਹਲੀ ਨਹੀਂ ਕਰਨੀ, ਸਹਿਜ ਦੇ ਵਿੱਚ ਖੋਜਣਾ ਨਾਲ ਨਾਲ ਵੀ ਸਾਨੂੰ ਗੁਰਬਾਣੀ ਗੁਰੂ ਕੀ ਸਮਝਾ ਰਹੇ ਨੇ। ਅਤੇ ਵੱਧ ਤੋਂ ਵੱਧ ਆਪਾਂ ਸਤ ਸੰਗਤ ਕਰਨੀ, ਜਿੰਨੀ ਆਪਾਂ ਸੰਗਤ ਕਰਾਂਗੇ ਫਿਰ ਹੀ ਸਾਡਾ ਮਨ ਜਾਗੇਗਾ, ਫਿਰ ਹੀ ਇਹਨੂੰ ਗਿਆਨ ਹੋਏਗਾ। ਜੇ ਅਸੀਂ ਸੰਗਤ 'ਚ ਨਹੀਂ ਆਉਂਦੇ ਤਾਂ ਮਹਾਰਾਜ ਤਾਂ ਬਹੁਤ ਲਾਹਨਤਾਂ ਪਾਉਂਦੇ। ਜੋ ਸਤਿਗੁਰ ਸਰਨ ਸੰਗਤ ਨਹੀਂ ਆਵੇ, ਧਰਿਗ ਜੀਵੇ ਧਰਿਗ ਜੀਵਾਸ। ਉਹਨਾਂ ਦਾ ਤਾਂ ਮਹਾਰਾਜ ਕਹਿੰਦੇ ਜਿਉਣਾ ਹੀ ਧਰਿਗ, ਵੀ ਜਿਹੜੇ ਸਤ ਸੰਗਤ 'ਚ ਆਉਂਦੇ ਕੋਈ ਨਹੀਂ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜਿੰਨੀ ਅਸੀਂ ਸਤ ਸੰਗਤ ਕਰਾਂਗੇ ਓਨਾ ਹੀ ਸਾਨੂੰ ਲਾਹਾ ਹੈ। ਕਬੀਰ ਏਕ ਘੜੀ ਆਧੀ ਘੜੀ, ਆਧੀ ਹੁਣ ਤੇ ਆਧ, ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਵੀ ਇੱਕ ਘੜੀ, ਅੱਧੀ ਤੋਂ ਵੀ ਅੱਧੀ, ਜਿੰਨਾ ਅਸੀਂ ਸੰਗਤ ਕਰੀਏ ਸਾਨੂੰ ਓਨਾ ਲਾਭ ਹੀ ਲਾਭ, ਸਾਨੂੰ ਲਾਹਾ ਹੀ ਲਾਹਾ ਇਹਦੇ ਵਿੱਚ। ਇੱਥੇ ਸੰਗਤ 'ਚ ਆ ਕੇ ਸਾਡਾ ਕੋਈ ਨੁਕਸਾਨ ਨਹੀਂ ਹੁੰਦਾ। ਜੇ ਆਪਾਂ ਆਖੀਏ ਵੀ ਅਸੀਂ ਕੁਛ ਦੇ ਕੇ ਚੱਲੇ ਹਾਂ, ਇੱਥੋਂ ਆਪਾਂ ਲੈ ਕੇ ਹੀ ਜਾਣਾ ਕੁਛ ਨਾ ਕੁਛ, ਇੱਥੋਂ ਜਾਣਾ ਸਾਡਾ ਕੁਛ ਨਹੀਂ ਹੈ। ਇਸ ਵਾਸਤੇ ਫਿਰ ਮਹਾਰਾਜ ਆਪਾਂ ਨੂੰ ਸਮਝਾਉਂਦੇ ਵੀ ਸੰਗਤ ਜਿੰਨੀ ਕਰਾਂਗੇ ਓਨਾ ਹੀ ਸਾਨੂੰ ਲਾਹਾ, ਓਨਾ ਹੀ ਸਾਨੂੰ ਲਾਭ ਹੈ।